साध संगत जी नूं बेनती है कि जिहड़ी स्टेज ते पिछे भी संगत है, सब दे चरनां विच नमस्कार है। सारी संगत नूं जीव आया है। बेनती है भी प्रबंधकां ने अपने जिथे जिथे भी बैठण दा प्रबंध बनाया है, सारी संगत नूं बेनती है भी प्रबंधकां दा सहयोग करके आप जी सज जाओ। तो किसी भी सिंह दे नाल बहसबाजी तकरारबाजी ना करिए, आपां आनंद लईए जिन्ना समा गुरु के चरणां विच संगत विच आए हैं। संगत नूं बेनती है भी जिथे जिथे भी किसी नूं जगह मिलती है, चौंकड़ा मार के सतगुरां दे चरणां दा ध्यान धार के सज के बैठ जाओ। वाहिगुरु जी। गुरु नानक पाद पंकज पाद सिमरो अंगद दुख गुर अमर दास हृदय नित त्यावो हृदय। श्री गुरु रामदास गुण गुरु अर्जन बिघ्नन के नासक बिघ्नन के नासक। हर गोविंद शुभ मत प्रकाशक। श्री हर राय नमो कर जोरी नमो कर जोरी। श्री हर कृष्ण मनाओ बहोरी। तेग बहादुर परम कृपाला जी परम कृपाला। श्री गुरु गोबिंद सिंह बिसाला। तारों तारा पर पुन पुन सीसा। वाहिगुरु पुन पुन सीसा। बंदों बार बार जगदीसा। कंकार सतगुरु तेह प्रसाद सचोए। वाहिगुरु जी की फतेह है, विघ्न विनाशन सोए। जाम है अमृत ज्ञान है, मानक भगत वैराग। गुरु ग्रंथ साहिब उदद बंदों कर अनुराग। गुरु ग्रंथ साहिब उदद बंदों कर अनुराग। सतनाम श्री वाहिगुरु साहिब जी। चौपाई हरि सिमर कथ पूरन करी। करी कलुक को बागन खरी। खरी पाई जिम मुक्ता लरी। लरी कुमत सो तूरन हरी। वाहिगुरु जी का खालसा वाहिगुरु जी की फतेह। परम सत्कार योग सम्मान योग गुरु की साजी और नवाजी हुई। गुरु का खास रूप गुरु खालसा साध संगत जियो।
ਦੇਨ ਦੁਨੀਆ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਸਤਿਗੁਰੂ ਨੌਵੇਂ ਪਾਤਸ਼ਾਹ ਤਿਲਕ ਜੰਜੂ ਦੇ ਰਾਖੇ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਅੰਦਰ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾ ਕੇ ਸਫਲੀਆਂ ਕਰ ਰਹੇ। ਸਤਿਗੁਰੂ ਜੀ ਦੀ ਦਇਆ ਮਾਇਆ ਹੋਈ ਹੈ, ਗੁਰਦੇਵ ਦੀ ਕਿਰਪਾ ਸਦਕਾ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਕਥਾ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਦੇ ਪਾਵਨ ਇਤਿਹਾਸ ਦੀ ਲੜੀਵਾਰ ਕਥਾ, ਜਿਸ ਦੀ ਅੱਜ ਸਮਾਪਤੀ ਦਾ ਇਹ ਸਮਾਗਮ ਹੈ। ਔਰ ਇਸ ਸਮਾਗਮ ਦੌਰਾਨ ਆਪ ਸਮੂਹ ਮਾਈ ਭਾਈ ਜਿੱਥੇ ਪਟਿਆਲੇ ਸ਼ਹਿਰ ਦੀਆਂ ਸੰਗਤਾਂ ਆਈਆਂ ਹਨ, ਉੱਥੇ ਦੂਰੋਂ ਦਰੇਡਿਓਂ ਪੰਜਾਬ ਭਰ ਤੋਂ, ਪੰਜਾਬ ਤੋਂ ਬਾਹਰ ਵੀ ਬੇਅੰਤ ਸੰਗਤਾਂ ਜੋ ਕਥਾ ਸਰਵਣ ਕਰਦੀਆਂ ਨੇ ਟੀਵੀ ਰਾਹੀਂ, ਬੇਅੰਤ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ। ਸਾਰੀਆਂ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵੱਲੋਂ, ਦਾਸਾਂ ਵੱਲੋਂ ਜੀਓ ਆਇਆ ਹੈ। ਸਤਿਗੁਰੂ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਇਹ ਕਥਾ ਦਾ ਮਹਾਤਮ ਐਸਾ ਪਵਿੱਤਰ ਮਹਾਤਮ ਹੈ ਕਿ ਇਸ ਪਵਿੱਤਰ ਕਥਾ ਨੂੰ ਸਰਵਣ ਕੀਤਿਆਂ ਕੈਸਾ ਸੁਖ ਪ੍ਰਾਪਤ ਹੁੰਦਾ, ਭਾਈ ਸਾਹਿਬ ਜੀ ਮੰਗਲਾ ਚਰਨ ਦੇ ਵਿੱਚ ਦੱਸ ਰਹੇ ਨੇ। ਇਹ ਸਮਾਪਤੀ ਦੇ ਜਿਹੜੇ ਪ੍ਰਸੰਗ ਨੇ, ਅੱਜ ਦਾ ਪ੍ਰਸੰਗ ਜੋ ਆਪਾਂ ਕਥਾ ਰਾਹੀਂ ਵਿਚਾਰਨਾ, ਇਹਨੂੰ ਮੰਗਲਾਂ ਦਾ ਪ੍ਰਸੰਗ ਕਹਿੰਦੇ ਹਨ। ਆਪਣੇ ਮਾਲਕ ਦਾ, ਆਪਣੇ ਇਸ਼ਟ ਦੇਵ ਦਾ ਮੰਗਲ ਕਰਕੇ ਉਹਦਾ ਸ਼ੁਕਰਾਨਾ ਕਰਨਾ ਕਿ ਮਹਾਰਾਜ ਜੀ ਤੁਸੀਂ ਇਹ ਸਾਡੇ ਕੋਲੋਂ ਸੇਵਾ ਲਈ ਹੈ। ਸਾਡੇ ਵਿੱਚ ਕੋਈ ਤਾਣ ਨਹੀਂ ਹੈ ਕਿ ਅਸੀਂ ਆਪਣੇ ਬਲ ਨਾਲ, ਆਪਣੀ ਬੁੱਧੀ ਨਾਲ ਇਸ ਕਥਾ ਨੂੰ ਕਥਨ ਕਰ ਸਕਦੇ, ਨਾ ਹੀ ਸਾਡੇ ਕੋਲੇ ਬਲ ਸੀ ਕਿ ਅਸੀਂ ਆਪਣੇ ਬਲ ਨਾਲ ਇਸ ਕਥਾ ਨੂੰ ਸੁਣ ਸਕਦੇ। ਇਹ ਸਤਿਗੁਰਾਂ ਦੀ ਕਿਰਪਾ ਸਦਕਾ ਆਪਾਂ ਸਾਰਿਆਂ ਨੇ ਮਹਾਰਾਜ ਜੀ ਦਾ ਇਹ ਪਵਿੱਤਰ ਜਸ ਕਥਨ ਕੀਤਾ, ਸਰਵਣ ਕੀਤਾ ਹੈ। ਰੋਮ ਰੋਮ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਲੱਖ ਲੱਖ ਸ਼ੁਕਰ ਹੈ, ਬਾਰੰਬਾਰ ਸ਼ੁਕਰ ਹੈ ਕਿ ਕਲਯੁਗ ਦੇ ਇਹੋ ਜਿਹੇ ਭਿਆਨਕ ਸਮੇਂ ਵਿੱਚ ਸਤਿਗੁਰਾਂ ਨੇ ਸਾਨੂੰ ਆਪਣੀ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਆਪਣੀ ਮਹਿਮਾ ਕਥਨ ਕਰਨ ਦਾ, ਸਰਵਣ ਕਰਨ ਦਾ ਇਹ ਬਲ ਬੁੱਧੀ ਪ੍ਰੇਰਣਾ ਬਖਸ਼ਿਸ਼ ਕੀਤੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਕਿਉਂਕਿ 10 ਪਾਤਸ਼ਾਹੀਆਂ ਦੀ ਪਵਿੱਤਰ ਕਥਾ ਦੀ ਸਮਾਪਤੀ ਦਾ ਇਹ ਮਹਾਯੱਗ ਕਹਿ ਸਕਦੇ ਹਾਂ। ਤੋ 10 ਪਾਤਸ਼ਾਹੀਆਂ ਦਾ ਪਾਵਨ ਸਰੂਪ ਆਪਣੇ ਹਿਰਦਿਆਂ 'ਚ ਵਸਾ ਕੇ ਜਗਤ ਗੁਰੂ ਗੁਰੂ ਨਾਨਕ ਸਾਹਿਬ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਤੱਕ ਗੁਰਦੇਵ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦੇ 'ਚ ਵਸਾ ਕੇ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਕਥਾ ਮੰਗਲ ਹਰੀ ਸਿਮਰ ਕਥ ਪੂਰਨ ਕਰੀ। ਮਹਾਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਭਾਈ ਸਾਹਿਬ ਕਹਿੰਦੇ, ਜਿਹੜੀ ਕਥਾ ਮੈਂ ਸੰਪੂਰਨ ਕੀਤੀ ਆਪਣੇ ਬਲ ਨਾਲ ਨਹੀਂ ਕੀਤੀ। ਭਾਈ ਸਾਹਿਬ ਜੀ ਦੇ ਬਾਬਤ ਮਹਾਪੁਰਸ਼ ਵਿਦਵਾਨ ਦੱਸਦੇ ਨੇ, ਰੋਜ਼ਾਨਾ ਅਨੇਕਾਂ ਪਾਠ ਸ੍ਰੀ ਜਪਜੀ ਸਾਹਿਬ ਦੇ ਅੰਮ੍ਰਿਤ ਵੇਲੇ ਕਰਿਆ ਕਰਦੇ। ਧਿਆਨ ਦੇ ਵਿੱਚ ਕਾਫੀ ਸਮੇਂ ਤੱਕ ਬੈਠਣ ਤੋਂ ਬਾਅਦ ਫਿਰ ਬਾਹਰ ਆਉਂਦੇ ਤੇ ਲਿਖਾਰੀਆਂ ਪਾਸੋਂ ਇਹ ਕਥਾ ਆਪ ਉਚਾਰਨ ਕਰਕੇ ਲਿਖਵਾਉਂਦੇ ਸਨ। ਜਦੋਂ ਸਾਧਨਾ ਸੰਪੰਨ ਹੋ ਕੇ ਮਹਾਕਵੀ ਜੀ ਨੇ ਬਾਹਰ ਆਉਣਾ ਤੇ ਚਿਹਰੇ ਤੇ ਭਾਰੀ ਕ੍ਰਾਂਤੀ ਹੋਣੀ ਔਰ ਬੜੇ ਪ੍ਰੇਮ ਨਾਲ ਸਤਿਗੁਰਾਂ ਦੇ ਰੰਗ ਵਿੱਚ ਭਿੱਜ ਕੇ ਗੁਰੂ ਸਾਹਿਬ ਦੀ ਕਥਾ ਸਰਵਣ ਕਰਾਉਣੀ। ਜਿਹੜੀ ਕਥਾ ਭਾਈ ਸਾਹਿਬ ਰੋਜ਼ ਲਿਖਦੇ ਸਨ, ਉਹ ਕਥਾ ਫਿਰ 9ਵੇਂ ਪਾਤਸ਼ਾਹ ਜੀ ਦੇ ਦਰਬਾਰ ਵਿੱਚ, ਜੋ ਕੈਂਥਲ ਵਿਖੇ 9ਵੇਂ ਪਾਤਸ਼ਾਹ ਦਾ ਪਵਿੱਤਰ ਸਥਾਨ ਹੈ, ਉੱਥੇ ਰੋਜ਼ ਸ਼ਾਮ ਨੂੰ ਭਾਈ ਸਾਹਿਬ ਉਹ ਕਥਾ ਕਰਿਆ ਕਰਦੇ ਸੀ। ਤੋ ਸਤਿਗੁਰੂ ਜੀ ਦੀ ਪਾਵਨ ਮਹਿਮਾ ਨੂੰ ਵਰਣਨ ਕਰਦਿਆਂ ਕਹਿੰਦੇ, ਹਰੀ ਨੂੰ ਸਿਮਰ ਕੇ ਮੈਂ ਸਤਿਗੁਰਾਂ ਦੀ ਇਹ ਪਾਵਨ ਅੰਮ੍ਰਿਤ ਕਥਾ ਨੂੰ ਪੂਰਨ ਕੀਤਾ ਹੈ। ਕਰੀ ਕਲੁਖ ਕੋ ਬਾਗਨ ਖਰੀ। ਕਹਿੰਦੇ ਜਿਹੜੀ ਕਰੀ ਕਲੂਖਨ, ਕਰੀ ਨਾਮ ਹੁੰਦਾ ਹਾਥੀ ਦਾ, ਕਲੂਖਨ ਦਾ ਮਤਲਬ ਹੁੰਦਾ ਪਾਪ ਕਰਮ। ਇਹ ਕਥਾ ਦਾ ਮਹਾਤਮ ਸੁਣੋ ਕੀ ਹੈ ਭਾਈ। ਜਿਹੜੇ ਪਾਪ ਕਰਮ ਰੂਪੀ
ਕਰੀ ਕਹੀਏ ਹਾਥੀ ਨੇ, ਉਹਨਾਂ ਵਾਸਤੇ ਇਹ ਪਾਵਨ ਕਥਾ ਬੱਬਰ ਸ਼ੇਰ ਦੇ ਸਮਾਨ ਹੈ। ਜਿਵੇਂ ਬੱਬਰ ਸ਼ੇਰ ਦੀ ਦਹਾੜ ਨਾਲ ਹਾਥੀ ਭੱਜ ਖਲੋਂਦੇ ਨੇ, ਤੈਸੇ ਇਸ ਪਵਿੱਤਰ ਅੰਮ੍ਰਿਤ ਕਥਾ ਨੂੰ ਸਰਵਣ ਕਰਕੇ ਸਾਰੇ ਪਾਪ ਨਿਵਰਤ ਹੋ ਜਾਂਦੇ ਨੇ। ਹਾਂਜੀ, ਖਰੀ ਪਈ ਜਿਮ ਮੁਕਤਾ ਲਰੀ। ਕਹਿੰਦੇ ਜਿਵੇਂ ਮੋਤੀਆਂ ਦੀ ਲੜੀ ਹੁੰਦੀ ਹੈ ਨਾ, ਏਦਾਂ ਇਹ ਕਥਾ ਬੜੀ ਖਰੀ ਮੋਤੀਆਂ ਦੀ ਲੜੀ ਵਾਂਗੂ ਹੈ। ਸੁੰਦਰ ਕਥਾ ਹੈ 10 ਪਾਤਸ਼ਾਹੀਆਂ ਦੀ। ਲਰੀ ਕੁਮਤ ਸੋ ਤੂਰਨ ਹਰੀ। ਇਹ ਪਵਿੱਤਰ ਕਥਾ ਐਸੀ ਹੈ ਵੀ ਜਿਹੜਾ ਮਾਈ ਭਾਈ ਇਸ ਕਥਾ ਦੀ ਇਹਨਾਂ ਮੋਤੀਆਂ ਦੀ ਮਾਲਾ ਨੂੰ ਆਪਣੇ ਕੰਠ ਵਿੱਚ ਪਹਿਨਦਾ, ਯਾਨੀ ਕਿ ਕਥਨ ਕਰਦਾ ਜਾਂ ਸੁਣਦਾ, ਕਹਿੰਦੇ ਉਹਦੇ ਅੰਦਰ ਜਿਤਨੀ ਖੋਟੀ ਮੱਤ ਹੈ ਉਹ ਕੁਮੱਤ ਦਾ ਨਾਸ ਹੋ ਜਾਂਦਾ। ਅੱਜ ਇਸ ਸੰਗਤ ਦੇ ਦੌਰਾਨ ਬੇਅੰਤ ਮਾਈ ਭਾਈ ਐਸੇ ਆਏ ਹੋਣਗੇ ਜਿਹੜੇ ਆਪ ਕਹਿੰਦੇ ਹਨ ਕਿ ਇਸ ਪਵਿੱਤਰ ਪਾਵਨ ਗੁਰੂ ਪਾਤਸ਼ਾਹ ਦੇ ਇਤਿਹਾਸ ਦੀ ਕਥਾ ਨੂੰ ਸਰਵਣ ਕਰਕੇ ਸਾਡੀ ਜ਼ਿੰਦਗੀ ਬਦਲੀ ਹੈ। ਅਨੇਕਾਂ ਦੇ ਜੀਵਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਇਹ ਪਾਵਨ ਕਥਾ ਤਬਦੀਲ ਕਰ ਦਿੰਦੀ, ਮਨਮੁਖਾਂ ਵਾਲੇ ਜੀਵਨ ਦਾ ਤਿਆਗ ਕਰਾ ਕੇ ਗੁਰਬਖਤਾਈ ਦੇ ਜੀਵਨ ਦਾ ਧਾਰਨੀ ਬਣਾ ਦਿੰਦੀ ਹੈ। ਭਾਈ ਸਾਹਿਬ ਕਹਿੰਦੇ ਖੋਟੀ ਮਤ ਦਾ ਨਾਸ ਕਰਨ ਵਾਲੀ ਹੈ ਇਹ ਕਥਾ, ਔਰ ਇਸ ਕਥਾ ਨਾਲ ਹਿਰਦੇ 'ਚ ਗੁਰਮਤ ਦਾ ਪ੍ਰਕਾਸ਼ ਹੁੰਦਾ ਹੈ। ਇਸ਼ਟ ਗੁਰੂ ਗੁਰ ਅਵਤਾਰ ਮੰਗਲ, ਪਾਰ ਬ੍ਰਹਮ ਕੇ ਗੁਰ ਅਵਤਾਰ। ਸਤਿਗੁਰੂ ਜੀ ਜੋ 10 ਪਾਤਸ਼ਾਹੀਆਂ ਹਨ, ਇਹ ਪਾਰ ਬ੍ਰਹਮ ਪਰਮੇਸ਼ਰ ਦਾ ਅਕਾਲ ਪੁਰਖ ਦਾ ਅਵਤਾਰ ਹਨ। ਤਦੇ ਭੱਟਾਂ ਨੇ ਵੀ ਕਿਹਾ ਨਾ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਅਕਾਲ ਪੁਰਖ ਜੀ ਨੇ ਹੀ ਗੁਰੂ ਨਾਨਕ ਸਾਹਿਬ ਦਾ ਰੂਪ ਧਾਰਨ ਕੀਤਾ। 10 ਪਾਤਸ਼ਾਹੀਆਂ ਪਾਰ ਬ੍ਰਹਮ ਪਰਮੇਸ਼ਰ ਦਾ ਅਵਤਾਰ ਹਨ। ਤਾਰਨ ਹਿਤ ਜਗ ਭਗਤੇ ਉਦਾਰ। ਔਰ ਸੰਸਾਰ ਦੇ ਜੀਵਾਂ ਨੂੰ ਤਾਰਨ ਵਾਸਤੇ ਮਹਾਰਾਜ ਜੀ ਨੇ ਭਗਤੀ ਸਰੂਪ ਧਾਰਨ ਕੀਤਾ ਹੈ। ਦਾਰੁਨ ਦੁਖ ਤੇ ਕੀਨ ਉਦਾਰ। ਸਤਿਗੁਰੂ ਜੀ ਨੇ ਅਨੇਕਾਂ ਸੰਸਾਰ ਦੇ ਜੀਵਾਂ ਨੂੰ ਭਿਆਨਕ ਦੁੱਖਾਂ ਤੋਂ, ਸੰਸਾਰ ਦੇ ਭਿਆਨਕ ਦੁੱਖਾਂ ਤੋਂ ਉਧਾਰਿਆ, ਪਾਰ ਉਤਾਰਿਆ ਹੈ। ਤਾਰੇ ਸਿੱਖੀ ਪਰੇ ਸੁਪਾਰ। ਜਿਨ੍ਹਾਂ ਨੇ ਸਤਿਗੁਰਾਂ ਦੀ ਸਿੱਖੀ ਨੂੰ ਧਾਰਨ ਕੀਤਾ, ਉਹ ਇਸ ਭਵ ਸਾਗਰ ਤੋਂ ਪਾਰ ਉਤਰੇ ਨੇ। ਜਿਨ੍ਹਾਂ ਵੀ ਸਤਿਗੁਰਾਂ ਦੇ ਦੱਸੇ ਮਾਰਗ ਤੇ ਚੱਲਣਾ ਕੀਤਾ, ਉਹ ਇਹ ਸੰਸਾਰ ਸਮੁੰਦਰ ਤੋਂ ਪਾਰ ਉਤਰੇ ਹਨ। ਇਸ਼ਟ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਮੰਗਲ। ਹੁਣ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਮੰਗਲ ਕਰਦੇ ਨੇ। ਭਾਈ ਗੁਰੂ ਨਾਨਕ ਸਾਹਿਬ ਦਾ ਧਿਆਨ ਆਪਣੇ ਹਿਰਦੇ 'ਚ ਵਸਾਓ। ਸਵਈਆ ਤਾਰਿਆ ਪੂਰਬ ਪੂਰਬ ਰੂਪ। ਅਪੂਰਬ ਦਾ ਮਤਲਬ ਹੁੰਦਾ ਜਿਨ੍ਹਾਂ ਵਰਗਾ ਪਹਿਲਾਂ ਕੋਈ ਨਹੀਂ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਵਤਾਰ ਬੜੇ ਹੋਏ, ਪੈਗੰਬਰ ਬੜੇ ਹੋਏ, ਔਲੀਏ ਬੜੇ ਹੋਏ, ਪਰ ਜਿਨ੍ਹਾਂ ਵਰਗਾ ਪਹਿਲਾਂ ਕੋਈ ਨਹੀਂ ਸੀ। ਉਹ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਸੰਸਾਰ 'ਚ ਪ੍ਰਗਟ ਹੋਏ। ਉਹ ਪਹਿਲੇ ਅਵਤਾਰ ਵਿਸ਼ਨੂੰ ਜੀ ਦਾ ਅਵਤਾਰ ਸਨ, ਕੋਈ ਸ਼ਿਵ ਦਾ ਅਵਤਾਰ ਸਨ, ਪਰ ਆਪ ਸਵੈੰ ਪਾਰ ਬ੍ਰਹਮ ਪਰਮੇਸ਼ਰ ਦਾ ਅਵਤਾਰ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਹਨ। ਭਏ ਗੁਰੂ ਨਾਨਕ ਜੋਤੇ ਉਦਾਰੇ। ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਜੋਤ ਵਿੱਚ ਮਹਾਰਾਜ ਜੀ ਅਕਾਲ ਪੁਰਖ ਜੀ ਪ੍ਰਗਟ ਹੋਏ। ਜਿਨ੍ਹਾਂ ਵਰਗਾ ਪਹਿਲਾਂ ਕੋਈ ਨਹੀਂ ਸੀ, ਜਿਨ੍ਹਾਂ ਵਰਗੇ ਉਹ ਆਪ ਹੀ ਨੇ, ਐਸੇ ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਏ। ਦਾਰ ਕਿਦੋਂ ਨਰ ਪੰਥ ਭਰੇ ਤਿਨ। ਕਹਿੰਦੇ ਦਾਰ ਕਿਦੋਂ ਨਰ, ਦਾਰ ਨਾਮ ਇਸਤਰੀ ਦਾ ਹੈ, ਨਰ ਨਾਮ ਮਨੁੱਖਾਂ ਦਾ ਹੈ। ਜਿਹੜੇ ਗੁਰੂ ਨਾਨਕ ਸਾਹਿਬ ਦੇ ਦੱਸੇ ਪੰਥ ਤੇ ਭਾਵੇਂ ਕੋਈ ਇਸਤਰੀ ਟੁਰੀ ਹੈ, ਭਾਵੇਂ ਕੋਈ ਨਰ ਟੁਰਿਆ, ਜਿਹੜਾ ਗੁਰੂ ਨਾਨਕ ਸਾਹਿਬ ਦੇ ਰਸਤੇ ਤੇ ਚੱਲਿਆ, ਸੇ ਜਗ ਸਾਗਰ ਤੇ ਪਰ ਪਾਰੇ। ਉਹ ਇਸ ਸੰਸਾਰ ਸਮੁੰਦਰ ਤੋਂ ਪਾਰ ਉਤਰਿਆ। ਭਾਵੇਂ ਕੋਈ ਇਸਤਰੀ ਹੈ ਤੇ ਭਾਵੇਂ ਕੋਈ ਨਰ ਹੈ। ਜੇ ਨੂਰ ਸ਼ਾਹ ਵਰਗੀਆਂ ਜਾਦੂਗਰਨੀਆਂ ਕੁਰਾਏ ਪਈਆਂ ਹੋਈਆਂ ਗੁਰੂ ਨਾਨਕ ਸਾਹਿਬ ਦੇ ਦੱਸੇ ਰਾਹ ਤੇ ਟੁਰੀਆਂ, ਤੇ ਉਹ ਵੀ ਪਰਮਹੰਸ ਅਵਸਥਾ ਨੂੰ ਪ੍ਰਾਪਤ ਹੋ ਗਈਆਂ।
ਤੇ ਜੇ ਕੋਈ ਨਰ ਮਨੁੱਖ ਸਤਿਗੁਰਾਂ ਦੇ ਦੱਸੇ ਰਾਹ ਤੇ ਚੱਲਿਆ, ਉਹ ਵੀ ਇਸ ਜਗ ਸਾਗਰ ਤੋਂ ਪਾਰ ਉਤਰ ਗਿਆ। ਪਾਰਤ ਹੈ ਗੁਣ ਟਾਰਤ ਔਗੁਣ। ਗੁਰੂ ਨਾਨਕ ਪਾਤਸ਼ਾਹ ਆਪਣਿਆਂ ਸੇਵਕਾਂ ਦੇ ਅੰਦਰ ਗੁਣਾਂ ਨੂੰ ਪਾਲਦੇ ਨੇ ਔਰ ਆਪਣੇ ਸੇਵਕਾਂ ਦੇ ਹਿਰਦਿਆਂ 'ਚ ਔਗੁਣਾਂ ਨੂੰ ਟਾਲ ਕੇ ਦੂਰ ਕਰਦੇ ਨੇ। ਗਿਆਨ ਸਿਖਾਰਤ ਬਾਕ ਵਿਚਾਰੇ। ਸਤਿਗੁਰੂ ਜੀ ਦੇ ਜਿਹੜੇ ਕਹੇ ਹੋਏ ਵਾਕ ਨੇ, ਗੁਰੂ ਨਾਨਕ ਸਾਹਿਬ ਦੀ ਕਹੀ ਹੋਈ ਅੰਮ੍ਰਿਤ ਬਾਣੀ ਹੈ, ਇਸ ਪਵਿੱਤਰ ਪਾਵਨ ਬਾਣੀ ਨੂੰ ਜਿਹੜੇ ਵਿਚਾਰਦੇ ਨੇ, ਸਤਿਗੁਰਾਂ ਦੇ ਬਚਨ ਉਹਨਾਂ ਨੂੰ ਗਿਆਨ ਸਿਖਾਲਦੇ ਨੇ, ਉਹਨਾਂ ਨੂੰ ਗਿਆਨ ਸੰਪੰਨ ਕਰਦੇ ਹਨ। ਚਾਰੋਂ ਵੇਦ ਉਚਾਰੇ ਸਾਰੇ। ਕਹਿੰਦੇ ਚਾਰ ਵੇਦ ਜਿਹੜੇ ਪਹਿਲਾਂ ਕਹੇ ਗਏ ਹਨ, ਬੰਦਤ ਹੋ ਅਬ ਮੋਏ ਉਧਾਰੇ। ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਉਚਾਰਨ ਕੀਤੀ ਹੋਈ ਬਾਣੀ ਐਸਾ ਸਾਰ ਹੈ ਕਿ ਚਾਰ ਵੇਦ ਵੀ ਸਤਿਗੁਰਾਂ ਦੀ ਬਾਣੀ ਦੇ ਬਰਾਬਰ ਨਹੀਂ ਹਨ। ਮਹਾਰਾਜ ਜੀ ਦੀ ਬਾਣੀ ਸਭ ਤੋਂ ਸਰਵੋਤਮ ਹੈ। ਐਸੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਮੈਂ ਬੰਦਨਾ ਕਰਦਾ ਹਾਂ ਔਰ ਬੇਨਤੀ ਕਰਦਾ, ਮਹਾਰਾਜ ਗੁਰੂ ਨਾਨਕ ਪਾਤਸ਼ਾਹ, ਜਿੱਥੇ ਸੰਸਾਰ ਦੇ ਅਨੇਕਾਂ ਜੀਵਾਂ ਦਾ ਉਧਾਰ ਕੀਤਾ, ਮੇਰਾ ਵੀ ਉਧਾਰ ਕਰੋ, ਮੈਨੂੰ ਵੀ ਇਹ ਸੰਸਾਰ ਤੋਂ ਤਾਰੋ। ਇਸ਼ਟ ਗੁਰੂ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਮੰਗਲ। ਇਸ਼ਟ ਗੁਰੂ ਜਗਤ ਗੁਰੂ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਮੰਗਲ ਕਰਦੇ ਹਨ। ਚਿਤਰ ਪਦਾ ਚੰਦ ਜਾਲ ਜੰਜਾਲ ਫਸੇ ਜੋ ਮਿਲੇ। ਭਾਈ ਸਾਹਿਬ ਵੇਖੋ ਇੱਥੇ ਕੈਸੇ ਸੁੰਦਰ ਅਲੰਕਾਰ ਵਰਤਣ ਲੱਗੇ ਨੇ। ਕਵਿਤਾ ਦੇ ਭੇਤੀ ਜਾਣਦੇ ਨੇ, ਕਵਿਤਾ ਵਿੱਚ ਕੈਸੀ ਕਲਾ ਹੁੰਦੀ ਹੈ। ਅੰਮ੍ਰਿਤ ਰਸ ਵਿਦਵਾਨ ਕੋ ਜਾਣਤ ਇੱਕ ਵਿਦਵਾਨ। ਵਿਦਵਤਾ ਦਾ ਤਾਂ ਕੋਈ ਵਿਦਵਾਨ ਹੀ ਪਤਾ ਕਰ ਸਕਦਾ ਨਾ ਵੀ ਵਿਦਵਤਾ ਕੀ ਚੀਜ਼ ਹੁੰਦੀ ਹੈ, ਬਾਕੀਆਂ ਨੂੰ ਕਿਆ ਪਤਾ ਹੈ। ਤੋ ਕਵਿਤਾ ਦੇ ਵਿੱਚ ਕਮਾਲ ਕਰ ਜਿਹੜੇ ਸੰਸਾਰ ਦੇ ਜੰਜਾਲਾਂ ਦੇ ਜਾਲ ਦੇ ਵਿੱਚ ਫਸੇ ਹੋਏ ਮਿਲੇ ਹੋਏ ਜੀਵ ਨੇ। ਤਿਨ ਦਾਸਨ ਬ੍ਰਿੰਦ ਬਿਕਾਰਨ ਜਾਲ। ਉਹਨਾਂ ਦਾਸਾਂ ਦੇ ਜਿਹੜੇ ਸਤਿਗੁਰਾਂ ਦੇ ਦਾਸ ਬਣ ਗਏ, ਗੁਰੂ ਕੀ ਸ਼ਰਨ ਚ ਆ ਗਏ, ਉਹਨਾਂ ਦੇ ਜਮ ਜਾਲਾਂ ਨੂੰ, ਵਿਕਾਰਾਂ ਦੇ ਜਾਲਾਂ ਨੂੰ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਸਾੜ ਕੇ ਦੂਰ ਕਰ ਦਿੱਤਾ। ਜਾਲਨ ਕੋ ਉਪਦੇਸ਼ ਬਖਾਨ ਕੈ। ਹੁਣ ਵੇਖੋ ਫਿਰ ਜਾਲਨ ਸ਼ਬਦ ਵਰਤਿਆ। ਇੱਥੇ ਜਾਲਨ ਦਾ ਮਤਲਬ ਹੈ ਸਮੁਦਾਇ। ਕਹਿੰਦੇ ਅਨੇਕਾਂ ਸਮੁਦਾਇ ਦੇ ਭਾਵ ਅਨੇਕਾਂ ਜੀਵਾਂ ਨੂੰ, ਗਿਣਤੀ ਕੋਈ ਨਹੀਂ, ਜਿਨ੍ਹਾਂ ਨੂੰ ਉਪਦੇਸ਼ ਦੇ ਕਰਕੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਸ਼੍ਰੀ ਸਤਨਾਮ ਕੀ ਦੇ ਜਪ ਮਾਲ। ਉਹਨਾਂ ਨੂੰ ਪਰਮੇਸ਼ਰ ਦੇ ਸੱਚੇ ਨਾਮ ਦੀ ਮਾਲਾ ਦਿੱਤੀ ਹੈ। ਭਾਈ ਜਪਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ। ਇਹ ਸੱਚੇ ਨਾਮ ਦੀ ਮਾਲਾ ਪਤਾ ਨਹੀਂ ਸੰਸਾਰ ਦੇ ਕਿੰਨੇ ਜੀਵਾਂ ਨੂੰ ਮਹਾਰਾਜ ਜੀ ਨੇ ਉਪਦੇਸ਼ ਦੇ ਕੇ ਬਖਸ਼ਿਸ਼ ਕੀਤੀ। ਮਾਲਕ ਦੀਨ ਦੁਨੀ ਗੁਰ ਅੰਗਦ। ਜੋ ਦੀਨ ਤੇ ਦੁਨੀਆ ਦੇ ਮਾਲਕ ਨੇ, ਜਗਤ ਗੁਰੂ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ। ਬੰਧਨ ਤੇ ਕਰ ਦੇਤ ਨਿਹਾਲ। ਇਹਨਾਂ ਦੇ ਚਰਨਾਂ 'ਚ ਮੱਥਾ ਟੇਕੀਏ ਤੇ ਮੱਥਾ ਟੇਕਣ ਨਾਲ ਹੀ ਨਿਹਾਲ ਕਰ ਦਿੰਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਮਸਕਾਰ ਕਰੀਏ ਨਾ ਗੁਰੂ ਅੰਗਦ ਸਾਹਿਬ ਨੂੰ, ਬੰਦਨਾ ਕਰੀਏ ਤੇ ਬੰਦਨ ਕਰਨ ਦੇ ਨਾਲ, ਨਮਸਕਾਰ ਕਰਨ ਦੇ ਨਾਲ ਹੀ ਨਿਹਾਲ ਨਿਹਾਲ ਕਰ ਦਿੰਦੇ ਹਨ। ਹਾਲ ਪਲੋ ਪਰ ਲੋਕ ਤਿਨੇ ਨੇ ਫੇਰ ਫਸੇ ਕਬਹੂ ਜਮ ਜਾਲ। ਕਹਿੰਦੇ ਉਹਨਾਂ ਦਾ ਹਾਲ ਭਲਾ ਹੋ ਜਾਂਦਾ ਅੱਗੇ ਪਰਲੋਕ ਵਿੱਚ। ਹਾਲ ਭਲੋ ਪਰ ਲੋਕ ਤਿਨ ਨਹਿ ਫੇਰ ਫਸਾ ਕਬਹੂ ਜਮ ਜਾਲ। ਕਹਿੰਦੇ ਉਹਨਾਂ ਦਾ ਅੱਗੇ ਪਰਲੋਕ ਵਿੱਚ ਚੰਗਾ ਹਾਲ ਹੋ ਜਾਂਦਾ, ਯਾਨੀ ਕਿ ਉਹਨਾਂ ਦਾ ਪਰਲੋਕ ਸਫਲ ਹੋ ਜਾਂਦਾ ਜਿਨ੍ਹਾਂ ਤੇ ਗੁਰੂ ਅੰਗਦ ਸਾਹਿਬ ਕਿਰਪਾ ਕਰਦੇ ਨੇ। ਕਹਿੰਦੇ ਫਿਰ ਉਹਨਾਂ ਨੂੰ ਜਮ ਜਾਲਾਂ ਵਿੱਚ ਦੁਬਾਰਾ ਨਹੀਂ ਫਸਣਾ ਪੈਂਦਾ, ਜੰਮਾਂ ਦੀਆਂ ਫਾਈਆਂ ਵਿੱਚ ਨਹੀਂ ਫਸਣਾ ਪੈਂਦਾ। ਇਸ਼ਟ ਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਮੰਗਲ। ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਦਾ ਮੰਗਲ ਕਰਦੇ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਸਵਈਆ ਮੋਹਿ ਹਿਰਦੇ ਬਸ ਕੈ ਨਿਸਬਾਸੁਰ। ਕਹਿੰਦੇ ਮੇਰੇ ਹਿਰਦੇ ਵਿੱਚ ਰਾਤ ਦਿਨ ਵਸ ਕੇ, ਧੰਨ ਗੁਰੂ ਅਮਰਦਾਸ ਸਾਹਿਬ, ਮੋਹਿ ਹਿਰਦੈ ਬਸ ਕੈ ਨਿਸਬਾਸੁਰ। ਰਾਤ ਦਿਨ ਮੇਰੇ ਹਿਰਦੇ ਵਿੱਚ ਸਤਿਗੁਰੂ ਜੀ ਵਸਦੇ ਹਨ। ਨਾਸ਼ ਕਲੇਸ਼ ਕਰੋ ਹੋਏ ਮੋਹ ਨਾ। ਏ ਗੁਰੂ ਅਮਰਦਾਸ ਜੀ, ਮੇਰੇ ਹਿਰਦੇ 'ਚ ਰਾਤ ਦਿਨ ਵਸੋ ਤੁਸੀਂ, ਮੇਰੇ ਹਿਰਦੇ ਘਰ ਵਿੱਚ ਆਪਣਾ ਨਿਵਾਸ ਕਰੋ।
ਤੇ ਨਿਵਾਸ ਕਰਕੇ ਮੇਰੇ ਜਿੰਨੇ ਕਲੇਸ਼ ਨੇ ਉਹ ਕਲੇਸ਼ ਦੂਰ ਕਰ ਦਿਓ। ਹੋਏ ਮੋਹ ਨਾ, ਮੈਨੂੰ ਕਿਸੇ ਸੰਸਾਰ ਦੇ ਪਦਾਰਥ ਦਾ ਮੋਹ ਨਾ ਹੋਵੇ। ਮੇਰੇ ਹਿਰਦੇ 'ਚ ਵਸ ਜੋ ਸਤਿਗੁਰੂ ਗੁਰੂ ਅਮਰਦਾਸ ਜੀ, ਤੇ ਮੇਰੇ ਹਿਰਦੇ 'ਚ ਵਸ ਕੇ ਮੇਰੇ ਕਲੇਸ਼ ਕੱਟ ਦਿਓ। ਔਰ ਮਹਾਰਾਜ ਮੇਰੇ ਹਿਰਦੇ 'ਚ ਕਿਸੇ ਵਸਤੂ ਦਾ ਮੋਹ ਨਾ ਹੋਵੇ। ਮੋਹਨ ਕੇ ਪਿਤ ਸ੍ਰੀ ਗੁਰ ਪੂਰਨ। ਇਹ ਬਾਬੇ ਮੋਹਨ ਦੇ ਪਿਤਾ, ਵੇਖੋ ਪਹਿਲਾਂ ਉੱਤੇ ਆਇਆ ਮੋਹ ਨਾ, ਲਿਖਿਆ ਉਹ ਵੀ ਮੋਹਨ ਹੀ ਹੈ, ਪਰ ਉਹਨੂੰ ਨਿਛੇਦ ਕਰ ਦੇਣਾ, ਨੰਨੇ ਨੂੰ ਵੱਖਰਾ ਕਰ ਦਿਓ ਤੇ ਮੋਹ ਨਾ ਹੋਵੇ। ਇੱਥੇ ਅੱਗੇ ਮੋਹਨ ਇਕੱਠਾ ਕਰ ਦਿੱਤਾ, ਨੰਨਾ ਜੋੜ ਦਿੱਤਾ। ਤੇ ਮੋਹਨ ਕੌਣ ਸਨ? ਬਾਬਾ ਮੋਹਨ ਜੀ, ਧੰਨ ਗੁਰੂ ਅਮਰਦਾਸ ਸਾਹਿਬ ਦੇ ਵੱਡੇ ਸੁਪੁੱਤਰ। ਕਹਿੰਦੇ ਮੋਹਨ ਕੇ ਪਿਤ ਸ੍ਰੀ ਗੁਰ ਪੂਰਨ, ਬਾਬਾ ਮੋਹਨ ਜੀ ਦੇ ਪਿਤਾ ਜੋ ਸ੍ਰੀ ਗੁਰੂ ਪੂਰਨ ਹਨ। ਵੇਖੋ ਕਵਿਤਾ ਕੈਸੇ ਕਮਾਲ ਦੀ ਭਾਈ ਸਾਹਿਬ। ਕਹਿੰਦੇ ਸ੍ਰੀ ਗੁਰੂ ਅਮਰਦਾਸ ਸਾਹਿਬ ਬਾਬਾ ਮੋਹਨ ਜੀ ਦੇ ਪਿਤਾ ਜੋ ਪੂਰਨ ਗੁਰੂ ਹਨ। ਦਾਸਨ ਕੇ ਕਰਤਾ ਮਨ ਮੋਹਨ। ਹੁਣ ਫਿਰ ਤੀਜਾ ਮੋਹਨ ਆਇਆ। ਕਹਿੰਦੇ ਜਿਹੜੇ ਆਪਣਿਆਂ ਦਾਸਾਂ ਦੇ ਹਿਰਦਿਆਂ ਨੂੰ ਮੋਹ ਲੈਂਦੇ ਨੇ। ਇੱਥੇ ਮੋਹਨ ਦਾ ਅਰਥ ਹੈ ਮੋਹ ਲੈਣਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿੰਦੇ ਜੋ ਆਪਣਿਆਂ ਦਾਸਾਂ ਦੇ ਹਿਰਦਿਆਂ ਨੂੰ ਮਨਾਂ ਨੂੰ ਮੋਹ ਲੈਣ ਵਾਲੇ ਹਨ, ਐਸੇ ਨੇ ਸਤਿਗੁਰੂ ਜੀ। ਹੋਏ ਨਾ ਲੋਭ ਕੋ ਲੋਭ ਕਬੇ। ਮਹਾਰਾਜ ਕਿਰਪਾ ਕਰੋ, ਮੈਨੂੰ ਸੰਸਾਰ ਦੇ ਕਿਸੇ ਪਦਾਰਥ ਦਾ ਲੋਭ ਨਾ ਹੋਵੇ। हे ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ, ਮੇਰੇ ਹਿਰਦੇ ਵਿੱਚ ਸੰਸਾਰ ਦੇ ਕਿਸੇ ਪਦਾਰਥ ਦਾ ਲੋਭ ਨਾ ਹੋਵੇ। ਨੈ ਕਾਮ ਕੋ ਕਾਮ ਹੰਕਾਰ ਨ ਕ੍ਰੋਹ ਨਾ। ਮਹਾਰਾਜ ਮੇਰੇ ਮਨ 'ਚ ਕਿਸੇ ਪ੍ਰਕਾਰ ਦੀ ਕਾਮ ਦੀ ਕਾਮਨਾ ਨਾ ਫੁਰੇ, ਤੇ ਨਾ ਮੇਰੇ ਹਿਰਦੇ 'ਚ ਹੰਕਾਰ ਪੈਦਾ ਹੋਵੇ, ਤੇ ਨਾ ਹੀ ਮੇਰੇ ਹਿਰਦੇ 'ਚ ਕ੍ਰੋਧ ਉਪਜੇ। ਕੋਹ ਸੀ ਓਟ ਸਦਾ ਨਿਜ ਦਾਸਨ। ਮਹਾਰਾਜ ਤੁਹਾਡੀ ਜਿਹੜੀ ਓਟ ਹੈ ਆਪਣਿਆਂ ਦਾਸਾਂ ਲਈ, हे ਗੁਰੂ ਅਮਰਦਾਸ ਸਾਹਿਬ, ਉਹ ਕੋਹ ਵਰਗੀ, ਕੋਹ ਦਾ ਮਤਲਬ ਪਹਾੜ ਵਰਗੀ ਓਟ ਹੈ। ਆਪਾਂ ਕਹਿ ਦੇਣਾ ਦੁਨੀਆ ਵੀ ਮਹਾਰਾਜ ਸਾਨੂੰ ਤਾਂ ਤੁਹਾਡਾ ਪਹਾੜ ਜਿੱਡਾ ਆਸਰਾ, ਪਰ ਉਹਨਾਂ ਦੇ ਡੋਲਦਿਆਂ ਆਸਰਿਆਂ ਦੇ ਦੇਰ ਹੀ ਨਹੀਂ ਲੱਗਦੀ, ਉਹ ਤਾਂ ਕਿਣਕੇ ਵਰਗਾ ਵੀ ਨਹੀਂ ਹੁੰਦਾ। ਪਰ ਸਤਿਗੁਰਾਂ ਦਾ ਆਸਰਾ ਪਹਾੜ ਜਿੱਡਾ ਆਸਰਾ ਹੈ। ਮਹਾਰਾਜ ਤੁਹਾਡਾ ਆਸਰਾ ਮੇਰੇ ਲਈ ਤੁਹਾਡੀ ਓਟ ਕੋ ਪਹਾੜ ਵਰਗੀ, ਆਪਣੇ ਦਾਸਾਂ ਲਈ ਤੁਸੀਂ ਪਹਾੜ ਜਿੱਡਾ ਆਸਰਾ ਹੋ। ਦਾਨ ਕੋ ਦੀਨ ਕਰੇ ਨਿਰਮੋਹਨ। ਇੱਥੇ ਫਿਰ ਮੋਹਨ ਆਇਆ। ਕਹਿੰਦੇ ਜੋ ਆਪਣਿਆਂ ਦਾਸਾਂ ਨੂੰ ਦਾਨ ਦੇ ਕੇ ਦੀਨਾਂ ਦੇ ਹਿਰਦਿਆਂ ਦੇ ਵਿੱਚੋਂ ਮੋਹ ਨੂੰ ਨਿਰਵਿਰਤ ਕਰ ਦਿੰਦੇ ਨੇ, ਮੋਹ ਦਾ ਨਿਵਾਰਨ ਕਰ ਦਿੰਦੇ ਹਨ। ਇਸ਼ਟ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਮੰਗਲ। ਹੁਣ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਮੰਗਲ ਕਰਦੇ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨ ਸਵਾਰਿਆ, ਪੂਰੀ ਹੋਈ ਕਰਾਮਾਤ, ਆਪ ਸਿਰਜਣਹਾਰ ਧਾਰਿਆ। ਜਗਤ ਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਮੰਗਲ ਕਰਦੇ ਹਨ। ਹਰਦਾਸ ਤਨੇ ਹਰਦਾਸ ਪਨੇ। ਹਰਦਾਸ ਦੇ ਪੁੱਤਰ ਗੁਰੂ ਰਾਮਦਾਸ ਸਾਹਿਬ ਦੇ ਪਿਤਾ ਦਾ ਨਾਂ ਸੀ ਬਾਬਾ ਹਰਦਾਸ ਜੀ। ਕਹਿੰਦੇ ਹਰਦਾਸ ਤਨੈ, ਹਰਦਾਸ ਦੇ ਪੁੱਤਰ ਨੇ, ਤੇ ਸਤਿਗੁਰੂ ਜੀ ਨੇ ਆਪਣੇ ਆਪ ਨੂੰ ਹਰੀਦਾਸ ਹੀ ਕਹਾਇਆ, ਰਾਮਦਾਸ ਕਹਾਇਆ ਨਾ। ਕਹਿੰਦੇ ਹਰਦਾਸ ਤਨੈ ਹਰਦਾਸ ਭਨੈ। ਹਰੀਦਾਸ ਦੇ ਪੁੱਤਰ ਗੁਰੂ ਰਾਮਦਾਸ ਜੀ, ਤੁਹਾਨੂੰ ਜਗਤ ਵਿੱਚ ਹਰੀ ਦਾ ਦਾਸ ਕਿਹਾ ਜਾਂਦਾ ਹੈ। ਹਰ ਰੂਪ ਬਨੇ ਹਰ ਪੂਜਤੇ ਜਿਨ। ਪਰ ਹਰੀ ਨੇ ਹੀ ਰੂਪ ਧਾਰਨ ਕੀਤਾ, ਖੁਦ ਹਰੀ ਗੁਰੂ ਰਾਮਦਾਸ ਸਾਹਿਬ ਦੇ ਰੂਪ ਵਿੱਚ ਪ੍ਰਗਟ ਹੋਏ ਨੇ। ਔਰ ਜਿਨ੍ਹਾਂ ਨੂੰ ਸਾਰੀ ਲੋਕਾਈ, ਸਾਰੀ ਸ੍ਰਿਸ਼ਟੀ, ਸਾਰਾ ਬ੍ਰਹਿਮੰਡ ਪੂਜਦਾ ਹੈ। ਧੰਨ ਗੁਰੂ ਰਾਮਦਾਸ ਸਾਹਿਬ ਦੀ ਪੂਜਾ ਸਾਰਾ ਸੰਸਾਰ, ਸਾਰਾ ਜਗਤ ਕਰਦਾ ਹੈ। ਹਰ ਦੋਸ਼ਨ ਦੈ ਸੁਖ ਦਾਸਨ ਕੋ। ਮਹਾਰਾਜ ਫਿਰ ਵੇਖੋ ਅੱਗੇ ਹਰ ਸ਼ਬਦ ਚੱਲ ਰਿਹਾ ਵਿੱਚ। ਹਰ ਦਾਸ ਤਨੈ ਹਰ ਦਾਸ ਭਨੈ, ਹਰ ਰੂਪ ਬਨੈ ਹਰ ਪੂਜਤ ਹੈ ਜਿਨ। ਹੁਣ ਅੱਗੇ ਫਿਰ ਹਰ ਆਉਣ ਲੱਗਾ। ਹਰ ਦੋਸ਼ਨ ਦਾ ਦੁਖ ਦਾਸਨ ਕੋ। ਆਪਣਿਆਂ ਦਾਸਾਂ ਦੇ ਹਿਰਦਿਆਂ ਦੇ ਦੋਸ਼ਾਂ ਤੇ ਦੁੱਖਾਂ ਨੂੰ ਹਰ ਲੈਂਦੇ ਨੇ। ਹਰ ਦਾ ਮਤਲਬ ਖੋਹ ਲੈਣਾ, ਨਾਸ਼ ਕਰ ਦੇਣਾ। ਆਪਣਿਆਂ ਦਾਸਾਂ ਦੇ ਹਿਰਦਿਆਂ ਵਿੱਚੋਂ ਦੋਸ਼ ਨੂੰ ਹਰ ਲੈਂਦੇ ਨੇ, ਔਰ ਉਹਨਾਂ ਨੂੰ ਦਾਸਾਂ ਨੂੰ ਸੁਖ ਪ੍ਰਦਾਨ ਕਰਦੇ ਨੇ। ਔਰ ਮੋਹ ਤੇ ਆਦ ਵਿਕਾਰ ਭਰੇ ਜਿਨ। ਜਿਨ੍ਹਾਂ ਦੇ ਹਿਰਦਿਆਂ ਵਿੱਚ ਮੋਹ ਆਦਿਕ ਵਿਕਾਰ ਭਰਿਆ ਹੁੰਦਾ ਹੈ ਨਾ,
ਉਹ ਮੋਹ ਆਦਿਕ ਵਿਕਾਰ ਨੂੰ ਦੂਰ ਕਰ ਦਿੰਦੇ ਨੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ। ਜਿਨ ਦਾ ਇੱਥੇ ਅਰਥ ਹੈ ਵੀ ਨਹੀਂ ਹੁੰਦਾ, ਪਰੇ ਜਿਨ ਦਾ ਮਤਲਬ ਹੈ ਨਹੀਂ ਹੁੰਦਾ ਉਹਨਾਂ ਦੇ ਹਿਰਦਿਆਂ 'ਚ ਵਿਕਾਰਾਂ ਦਾ ਲੇਸ਼ ਮਾਤਰ ਵੀ, ਜਿਨ੍ਹਾਂ ਤੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਕਿਰਪਾ ਹੈ। ਬਰ ਦੇਤ ਜਿਨੇ ਬਰ ਮਾਨਵ ਸੇ, ਧੰਨ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਸ੍ਰੇਸ਼ਟ ਨਰਾਂ ਨੂੰ ਵਰ ਦਿੰਦੇ ਆ। ਜਿਹੜੇ ਸ੍ਰੇਸ਼ਟ ਨਰ ਨੇ ਬਰ ਮਾਨਵ, ਉਹਨਾਂ ਨੂੰ ਮਹਾਰਾਜ ਗੁਰੂ ਰਾਮਦਾਸ ਸਾਹਿਬ ਵਰ ਦਿੰਦੇ ਆ। ਸਤਿਗੁਰਾਂ ਦੀ ਦ੍ਰਿਸ਼ਟੀ 'ਚ ਸ੍ਰੇਸ਼ਟ ਕੌਣ ਹੈ? ਜਿਹਦੇ ਕੋਲ ਬੜਾ ਵੱਡਾ ਰੁਤਬਾ ਹੋਵੇ, ਉੱਚੀ ਪਦਵੀ ਵਾਲਾ ਹੋਵੇ? ਨਹੀਂ, ਸਤਿਗੁਰਾਂ ਦੀ ਦ੍ਰਿਸ਼ਟੀ ਵਿੱਚ ਸ੍ਰੇਸ਼ਟ ਉਹ ਹੈ ਜਿਹੜਾ ਸਤਿਗੁਰਾਂ ਦੇ ਪ੍ਰੇਮ ਦੇ ਰੰਗ ਵਿੱਚ ਰੰਗਿਆ ਗਿਆ। ਭਾਈ ਆਦਮ ਮਹਾਰਾਜ ਜੀ ਦੀ ਦ੍ਰਿਸ਼ਟੀ ਵਿੱਚ ਵਰਨ ਸ੍ਰੇਸ਼ਟ ਮਨੁੱਖ ਹੈ, ਤੇ ਪਾਤਸ਼ਾਹ ਜੀ ਦੇ ਚਰਨਾਂ 'ਚ ਸੇਵਾ ਟਹਿਲ ਕੀਤੀ। ਪਿੱਛੇ ਕਥਾ ਸੁਣੀ ਹੈ ਨਾ ਆਪ ਜੀ ਨੇ, ਤੇ ਪਿਛਲੀ ਉਮਰ ਸੀ, ਸੰਤਾਨ ਨਹੀਂ ਸੀ ਘਰ 'ਚ। ਮਹਾਰਾਜ ਜੀ ਕਿਹਾ ਕੁਝ ਮੰਗ ਲੈ, ਤੇ ਇਹਦੀ ਘਰ ਵਾਲੀ ਨੇ ਮੰਗਿਆ ਸੋਨੇ ਦੀ ਮਧਾਣੀ ਹੋਵੇ ਤੇ ਪੋਤ ਨਹੁੰ ਨੂੰ ਰਿੜਕਦੀ ਵੇਖਾਂ। ਤੇ ਮੇਰੇ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਮਾਈ ਇੱਕ ਚੀਜ਼ ਕਹੀ ਸੀ ਮੰਗਣ ਨੂੰ, ਇੰਨਾ ਕੁਝ ਮੰਗ ਲਿਆ। ਉਸੇ ਬੰਸ ਦੇ ਵਿੱਚੋਂ ਹੋਏ ਰਾਜਾ ਉਦੇ ਸਿੰਘ ਜੀ ਕੈਂਥਲਪਤੀ, ਜਿਨ੍ਹਾਂ ਨੇ ਮਹਾਕਵੀ ਜੀ ਨੂੰ ਆਪਣੇ ਕੋਲ ਰੱਖ ਕੇ ਕਥਾ ਲਿਖਾਈ। ਇਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਖਸ਼ਿਸ਼ ਵਾਲਾ ਪਰਿਵਾਰ ਸੀ। ਰਾਜਾ ਉਦੇ ਸਿੰਘ ਮਹਾਕਵੀ ਜੀ ਨੂੰ ਆਪਣੇ ਕੋਲ ਰੱਖ ਕੇ ਸਤਿਗੁਰਾਂ ਦਾ ਇਤਿਹਾਸ ਲਿਖਾਇਆ। ਕਹਿੰਦੇ ਬਰ ਦੇਤ ਜਨੈ ਬਰ ਮਾਨਵ ਸੇ, ਜਿਹੜੇ ਸ੍ਰੇਸ਼ਟ ਮਾਨਵ ਨੇ ਉਹਨਾਂ ਨੂੰ ਗੁਰੂ ਰਾਮਦਾਸ ਸਾਹਿਬ ਜੀ ਵਰ ਦਿੰਦੇ ਹਨ। ਬਰਬੰਡ ਪਏ ਜਮ ਰੂਪ ਪਿਖੈ ਜਿਨ, ਕਹਿੰਦੇ ਉਹ ਇੰਨੇ ਬਰਬੰਡ ਬਲੀ ਹੋ ਗਏ। ਬਰਬੰਡ ਦਾ ਮਤਲਬ ਉਹ ਇੰਨੇ ਬਲੀ ਹੋ ਗਏ ਕਿ ਉਹਨਾਂ ਨੂੰ ਜਮ ਨਹੀਂ ਵੇਖਣੇ ਪੈਂਦੇ, ਜਮ ਉਹਨਾਂ ਦੇ ਸਾਹਮਣੇ ਖਲੋ ਹੀ ਨਹੀਂ ਸਕਦੇ। ਜਿਨ੍ਹਾਂ ਤੇ ਗੁਰੂ ਰਾਮਦਾਸ ਸਾਹਿਬ ਨੇ ਬਖਸ਼ਿਸ਼ ਕਰ ਦਿੱਤੀ, ਜਮ ਉਹਨਾਂ ਦੇ ਸਾਹਮਣੇ ਖਲੋ ਨਹੀਂ ਸਕਦੇ, ਉਹ ਇੰਨੇ ਬਰਬੰਡ ਹੋ ਗਏ, ਬਲੀ ਹੋ ਗਏ। ਕਰ ਬੰਦ ਤਿਨੇ ਕਰ ਬੰਧਨ ਕੋ, ਮੈਂ ਹੱਥ ਜੋੜ ਕੇ ਬੰਦਨਾ ਕਰਦਾ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ। ਕਰਤਾਰ ਗੁਨਾ ਕਰ ਗਿਆਨ ਅਮੇਜਨ, ਜਿਨ੍ਹਾਂ ਦੇ ਵਿੱਚ ਕਰਤਾਰ ਦੇ ਗੁਣ ਨੇ ਔਰ ਗਿਆਨ ਨਾਲ ਮਿਲੇ ਹੋਏ ਨੇ। ਇਸ਼ਟ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਮੰਗਲ, ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਮੰਗਲ ਕਰਦੇ ਹਨ। ਕਬਿਤ ਅਰਜਨ ਸੁਨ ਮੇਰੀ ਸਤ ਗੁਰੂ ਅਰਜਨ। ਦੇਖੋ ਹੁਣ ਅਰਜਨ ਸ਼ਬਦ ਦੇ ਅਰਥ, ਕਹਿੰਦੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮੇਰੀਆਂ ਅਰਜ਼ਾਂ ਸੁਣਦੇ ਨੇ। ਅਰਜਨ ਸੁਨ ਮੇਰੀ ਸਤ ਗੁਰ ਅਰਜਨ। ਪਹਿਲੇ ਅਰਜਨ ਦਾ ਅਰਥ ਹੈ ਅਰਜ, ਅਰਦਾਸ। हे ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮੇਰੀ ਅਰਜਨ ਬੇਨਤੀ ਸੁਣੋ। ਅਰਜਨ ਹਾਨੀ ਅਰਜਨ ਜਸ ਦੀਨਿਓ। ਹੁਣ ਫੇਰ ਅੱਗੇ ਅਰਜਨ ਆ ਗਿਆ, ਇੱਥੇ ਰਾਰੇ ਨੂੰ ਸਿਹਾਰੀ ਲਾ ਦਿੱਤੀ ਹੈ। ਤੇ ਜਦੋਂ ਰਾਰੇ ਨੂੰ ਸਿਹਾਰੀ ਲੱਗ ਜਾਏ ਤੇ ਅਰ ਦਾ ਮਤਲਬ ਬਣ ਜਾਂਦਾ ਦੁਸ਼ਮਣ, ਵੈਰੀ। ਮਹਾਰਾਜ ਅਰਜਨ ਹਨ, ਮਹਾਰਾਜ ਜਿਹੜੇ ਤੁਹਾਡੇ ਜਨਾਂ ਦੇ ਅਰੀ ਵੈਰੀ ਨੇ, ਤੁਸੀਂ ਆਪਣਿਆਂ ਸੇਵਕਾਂ ਦੇ ਵੈਰੀਆਂ ਨੂੰ ਮਾਰ ਦਿੰਦੇ ਹੋ। ਇਹ ਗੁਰੂ ਅਰਜਨ ਸਾਹਿਬ ਜਿਹੜੇ ਤੁਹਾਡੇ ਜਨਾਂ ਦੇ ਅਰੀ ਵੈਰੀ ਨੇ, ਜੋ ਜੋ ਤੁਮਰੇ ਭਗਤ ਦੁਖਾਏ ਉਹ ਤਤਕਾਲ ਤੁਮ ਮਾਰਾ। ਮਹਾਰਾਜ ਇਹ ਤੁਹਾਡਾ ਸੁਭਾਅ ਹੈ। ਕਵਿਤਾ ਭਰਪੂਰ ਮੈਂ ਚਰਿੱਤਰ ਭਰਪੂਰ ਨਿਜ। ਅਰਜਨ ਜਸ ਦੀਨਿਓ, ਮਹਾਰਾਜ ਜੀ ਆਪਣਿਆਂ ਜਨਾਂ ਦੇ ਵੈਰੀਆਂ ਦਾ ਨਾਸ ਕਰਕੇ ਅਰਜਨ ਉਹਨਾਂ ਨੂੰ ਉਜਵਲ ਜਸ ਬਖਸ਼ ਦਿਓ। ਫਿਰ ਅਰਜਨ ਦਾ ਅਰਥ ਹੈ ਉਜਲ, ਚਿੱਟਾ। ਜਿਹੜਾ ਉਜਵਲ ਜਸ ਹੈ ਉਹ ਤੁਸੀਂ ਆਪਣਿਆਂ ਸੇਵਕਾਂ ਨੂੰ ਦਿੰਦੇ ਹੋ। ਦੁਬਾਰਾ ਪੜ੍ਹੀਏ ਜੀ। ਕਵਿਤਾ ਭਰਪੂਰ ਮੈਂ ਚਰਿੱਤਰ ਭਰਪੂਰ ਨਿਜ। ਮਹਾਰਾਜ ਜੀ ਇਹ ਜਿਹੜੀ ਕਵਿਤਾ ਪਿੱਛੇ ਲਿਖੀ ਹੈ, ਸਾਰੇ ਛੰਦ ਲਿਖੇ ਨੇ। ਇਹਨਾਂ ਛੰਦਾਂ ਵਿੱਚ, ਇਹਨਾਂ ਕਵਿਤਾਵਾਂ ਵਿੱਚ ਮਹਾਰਾਜ ਜੀ ਤੁਸੀਂ ਆਪਣਾ ਜਸ ਪਰਿਪੂਰਨ 9 ਰਸਾਂ ਦੇ ਸਹਿਤ ਕਰਵਾਇਆ। ਪੂਰ ਮੇ ਪਰੀ ਹੈ ਗ੍ਰੰਥ ਪੂਰਨ ਜੇ ਕੀਨਿਓ। ਇਹ ਗੁਰੂ ਅਰਜਨ ਸਾਹਿਬ ਇਹ ਤੁਸੀਂ ਕਿਰਪਾ ਕਰਕੇ ਮੇਰੇ ਕੋਲੋਂ ਪੂਰਨ ਕਰਾਈ ਹੈ ਕਥਾ, ਇਹ ਗ੍ਰੰਥ ਪੂਰਨ ਕਰਵਾਇਆ ਔਰ ਮੇਰੀ ਘਾਲਣਾ ਪੂਰਨ ਹੋਈ ਹੈ, ਮੇਰੀ ਸੇਵਾ ਪੂਰਨ ਕੀਤੀ ਹੈ। ਕਥਾ ਗੁਣ ਸਰਵਰ ਔਗਣ ਕੋ ਸਰ ਖਰ। ਇਹ ਜਿਹੜੀ ਕਥਾ ਹੈ ਇਹ ਗੁਣਾਂ ਦਾ ਸਮੁੰਦਰ ਹੈ, ਇਹ ਗੁਣਾਂ ਦਾ ਸਰੋਵਰ ਹੈ। ਇਹ ਸਾਰੀ ਕਥਾ ਗੁਣਾਂ ਦਾ ਸਰੋਵਰ ਹੈ
ਔਗਣ ਕੋ ਸਾਰ ਖਰ। ਜਿਹੜੇ ਔਗਣ ਨੇ ਉਹਨਾਂ ਔਗਣਾਂ ਵਾਸਤੇ ਕਥਾ ਤਿੱਖੇ ਤੀਰਾਂ ਵਾਂਗੂ ਹੈ। ਜਿਵੇਂ ਤੀਰ ਮਾਰ ਕੇ ਪ੍ਰਾਣ ਕੱਢ ਲਈਦੇ ਨੇ ਨਾ, ਏਦਾਂ ਇਸ ਕਥਾ ਨੂੰ ਸਰਵਣ ਕੀਤਿਆਂ ਔਗਣ ਦੂਰ ਹੋ ਜਾਂਦੇ ਨੇ, ਔਗਣਾਂ ਦੀ ਨਿਰਵਿਰਤੀ ਹੋ ਜਾਂਦੀ ਹੈ। ਗੁਰੂ ਸਰ ਔਰ ਨਾ ਸ਼ਰਨ ਜਾਂ ਤੇ ਲੀਨਿਓ। ਮਹਾਰਾਜ ਜੀ ਤੁਹਾਡੇ ਵਰਗਾ ਹੋਰ ਕੋਈ ਨਹੀਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ, ਇਸੇ ਕਰਕੇ ਮੈਂ ਤੁਹਾਡੀ ਸ਼ਰਨ ਗ੍ਰਹਿਣ ਕਰ ਲਈ, ਕਿਉਂਕਿ ਤੁਹਾਡੇ ਵਰਗਾ ਹੈ ਹੀ ਨਹੀਂ ਕੋਈ, ਮੈਂ ਤੁਹਾਡੀ ਸ਼ਰਨ ਲੈ ਲਈ ਐ। ਨਾਮ ਲੇਵ ਤਾਰ ਦੇ ਉਚਾਰ ਪਾਵ ਪਾਰ ਦੇ। ਮਹਾਰਾਜ ਜੀ ਜਿਹੜੇ ਤੁਹਾਡੇ ਅੰਮ੍ਰਿਤ ਨਾਮ ਨਾਲ ਲਿਵ ਲਾਉਂਦੇ ਐ, ਉਹਨਾਂ ਨੂੰ ਤੁਸੀਂ ਇਸ ਭਵ ਸਾਗਰ ਤੋਂ ਪਾਰ ਉਤਾਰਦੇ ਹੋ। ਪਤਾਰ ਤੇ ਉਦਾਰ ਪਦ ਤਾਰ ਦੇ ਪ੍ਰਬੀਨਿਓ। ਮਹਾਰਾਜ ਉਹਨਾਂ ਨੂੰ ਤਾਂ ਪਤਾਲਾਂ ਵਿੱਚੋਂ ਵੀ ਕੱਢ ਕੇ ਆਪ ਜੀ ਉਧਾਰ ਦਿੰਦੇ ਹੋ। ਇੰਨਾ ਨੀਵਾਂ ਡਿੱਗਾ ਹੋਵੇ ਤੇ ਹੇ ਗੁਰੂ ਅਰਜਨ ਸਾਹਿਬ, ਤੁਸੀਂ ਉਹਨੂੰ ਵੀ ਆਪਣੇ ਚਰਨਾਂ ਦਾ ਆਸਰਾ ਦੇ ਕੇ ਸੰਸਾਰ ਤੋਂ ਉਧਾਰ ਦਿੰਦੇ ਹੋ। ਇਸ਼ਟ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਮੰਗਲ। ਧੰਨ ਗੁਰੂ ਹਰਗੋਬਿੰਦ ਸਾਹਿਬ ਮੇਰੇ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਜੀ ਦਾ ਮੰਗਲ ਹੈ। ਸਵਈਆ ਸਾਰੰਗ ਪੈ ਕਬ ਸਾਰੰਗ ਪੈ ਚੜ। ਇਹਦੇ ਚ ਸਾਰੰਗ ਸ਼ਬਦ ਦੀ ਵਰਤੋਂ ਹੋ ਰਹੀ ਹੈ। ਵਿਦਵਾਨਾਂ ਨੇ ਇਹਦੇ 70 ਅਰਥ ਕੀਤੇ ਨੇ। ਸਾਰੰਗ ਦੇ 70 ਅਰਥ। ਇਸ ਕਰਕੇ ਇਸ ਕਵਿਤ ਦੇ ਜਿਹੜੇ ਅਰਥ ਨੇ ਉਹ ਸਭ ਵਿਦਵਾਨ ਆਪੋ ਆਪਣੇ ਢੰਗ ਨਾਲ ਵੱਖੋ ਵੱਖਰੇ ਤਰੀਕੇ ਨਾਲ ਕਰਦੇ ਨੇ। ਕਹਿੰਦੇ ਸਾਰੰਗ ਪੈ ਕਬ ਸਾਰੰਗ ਪੈ ਚੜ। ਕਦੇ ਗੁਰੂ ਹਰਗੋਬਿੰਦ ਸਾਹਿਬ ਜੀ ਹਾਥੀ ਤੇ ਸਵਾਰ ਹੁੰਦੇ ਆ। ਸਾਰੰਗ ਨਾਮ ਹਾਥੀ ਦਾ ਹੈ ਤੇ ਸਾਰੰਗ ਨਾਮ ਘੋੜੇ ਦਾ ਵੀ ਹੈ। ਕਦੇ ਮਹਾਰਾਜ ਜੀ ਦੀ ਮੌਜ ਹੁੰਦੀ ਆ ਤੇ ਹਾਥੀ ਤੇ ਚੜ੍ਹਦੇ ਆ ਛੇਵੇਂ ਪਾਤਸ਼ਾਹ, ਕਦੇ ਮਨ 'ਚ ਮੌਜ ਹੁੰਦੀ ਆ ਤੇ ਘੋੜੇ ਤੇ ਸਵਾਰ ਹੁੰਦੇ ਆ। ਸਾਰੰਗ ਪੈ ਚੜ। ਹਾਂਜੀ, ਸਾਰੰਗ ਸ਼ਤਰਨ ਕੋ ਬਲ ਸਾਰੰਗ। ਫਿਰ ਸਾਰੰਗ ਤੀਜੀ ਵਾਰ ਫਿਰ ਆਇਆ। ਇਹਦਾ ਮਤਲਬ ਹੈ ਹਿਰਨ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੇਵਕਾਂ ਦੇ ਜਿਹੜੇ ਦੁਸ਼ਮਣ ਹਿਰਨਾਂ ਬਰਾਬਰ ਨੇ, ਉਹਨਾਂ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਸਾਰੰਗ ਦਾ ਅਰਥ ਸ਼ੇਰ ਵੀ ਆ, ਬੱਬਰ ਸ਼ੇਰ। ਉਹਨਾਂ ਲਈ ਮਹਾਰਾਜ ਜੀ ਸ਼ੇਰ ਦੇ ਸਮਾਨ ਨੇ। ਆਪਣਿਆਂ ਸੇਵਕਾਂ ਦੇ ਦੁਸ਼ਮਣਾਂ ਰੂਪੀ ਹਿਰਨਾਂ ਲਈ ਮਹਾਰਾਜ ਜੀ ਸ਼ੇਰ ਦੇ ਸਮਾਨ ਹਨ। ਸਾਰੰਗ ਜਿਉ ਜਗ ਮੈਂ ਕੁਲ ਸਾਰੰਗ। ਫਿਰ ਸਾਰੰਗ ਦਾ ਅਰਥ ਹੈ ਕਮਲ ਦਾ ਫੁੱਲ। ਫਿਰ ਅਗਲਾ ਨਾਲ ਜਿਹੜਾ ਸਾਰੰਗ ਦੱਸਿਆ ਉਹਦਾ ਮਤਲਬ ਹੈ ਸੂਰਜ। ਇਸ ਜਗਤ ਵਿੱਚ ਜਿਹੜੇ ਦਾਸ ਨੇ ਨਾ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਦੇ, ਉਹ ਕਮਲ ਦੇ ਫੁੱਲ ਦੇ ਸਮਾਨ ਨੇ। ਔਰ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਕਮਲ ਫੁੱਲਾਂ ਵਾਸਤੇ ਸੂਰਜ ਦੇ ਸਮਾਨ ਨੇ। ਜਿਵੇਂ ਕਮਲ ਦਾ ਫੁੱਲ ਸੂਰਜ ਨੂੰ ਵੇਖ ਕੇ ਖਿੜ ਜਾਂਦਾ, ਏਦਾਂ ਗੁਰੂ ਹਰਗੋਬਿੰਦ ਸਾਹਿਬ ਦੇ ਦਾਸ ਜਦੋਂ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਦੇ ਆ ਤੇ ਉਹਨਾਂ ਅੰਦਰ ਖੇੜਾ ਖਿੜ ਜਾਂਦਾ। ਹਾਂਜੀ, ਸਾਰੰਗ ਗਿਆਨ ਪ੍ਰਕਾਸ਼ਨ ਸਾਰੰਗ। ਹੁਣ ਇੱਥੇ ਸਾਰੰਗ ਦਾ ਅਰਥ ਹੈ ਦੀਵਾ, ਗਿਆਨ ਦਾ ਦੀਵਾ। ਤੇ ਦੂਜੇ ਸਾਰੰਗ ਦਾ ਅਰਥ ਹੈ ਜਿਹੜੀ ਉੱਤੇ ਅੱਗ ਲਾਈ ਦੀ ਅਗਨੀ। ਗਿਆਨ ਦੇ ਦੀਵੇ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਗਿਆਨ ਦੀ ਜੋਤੀ ਲਾ ਕੇ ਜਗਾਉਣ ਵਾਲੇ ਹੈ। ਗਿਆਨ ਦੀ ਅਗਨੀ ਲਾ ਕੇ ਉਸ ਗਿਆਨ ਦੇ ਦੀਵੇ ਨੂੰ ਪ੍ਰਕਾਸ਼ਣ ਵਾਲੇ ਹਨ। ਸਾਰੰਗ ਦਾਸਨ ਕੋ ਪ੍ਰਿਯ ਸਾਰੰਗ। ਹੁਣ ਸਾਰੰਗ ਪਪੀਏ ਨੂੰ ਵੀ ਸਾਹਿਬ ਸਾਰੰਗ ਨਾਮ ਬੂੰਦ ਦਾ ਵੀ ਹੈ, ਸਵੰਤੀ ਬੂੰਦ ਦਾ। ਆਪਣਿਆਂ ਦਾਸਾਂ ਰੂਪੀ ਚਾਤਰਕਾਂ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤ ਰੂਪ ਸਵੰਤੀ ਬੂੰਦ ਦੇ ਤੁਲ ਹਨ। ਤੇ ਜਿਵੇਂ ਬਬੀਏ ਦੇ ਮੂੰਹ 'ਚ ਸਵੰਤੀ ਬੂੰਦ ਪੈਂਦੀ ਹੈ ਤੇ ਉਹਦੀ ਪਿਆਸ ਬੁਝ ਜਾਂਦੀ ਹੈ, ਤਿਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਕੇ ਸਿੱਖਾਂ ਦੀਆਂ ਭੁੱਖਾਂ ਦੂਰ ਹੋ ਜਾਂਦੀਆਂ। ਹਾਂਜੀ, ਸਾਰੰਗ ਦੋਸ਼ਨ ਕੋ ਸਮ ਸਾਰੰਗ। ਹੁਣ ਇੱਥੇ ਸਾਰੰਗ ਦਾ ਅਰਥ ਹੈ ਸੱਪ। ਸਾਰੰਗ ਨੂੰ ਵੀ, ਸਾਰੰਗ ਦਾ ਇੱਕ ਅਰਥ ਸੱਪ ਵੀ ਆ, ਸਾਰੰਗ ਗਰੜ ਨੂੰ ਵੀ ਕਹਿੰਦੇ ਆ। ਕਹਿੰਦੇ ਜਿਹੜੇ ਦੋਸ਼ਾਂ ਰੂਪੀ ਸੱਪ ਨੇ ਉਹਨਾਂ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਗਰੜ ਦੇ ਸਮਾਨ। ਹੁਣ ਸੱਪ ਦਾ ਮੰਤਰ ਕੇਵਲ ਗਰੜ ਮੰਤਰ ਹੈ ਨਾ,
ਗਰੜ ਜਿਹੜਾ ਉਹ ਸੱਪਾਂ ਦਾ ਨਾਸ ਕਰਦਾ, ਭੱਜ ਕੇ ਜਾਨ ਬਚਾਉਂਦੇ ਆ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਰੜ ਦੇ ਸਮਾਨ ਨੇ, ਜਿਨਨੇ ਦੋਸ਼ਾਂ ਰੂਪੀ ਸੱਪ ਉਹਨਾਂ ਦੀ ਨਿਰਵਿਰਤੀ ਲਈ। ਸਾਰੰਗ ਪਾਨ ਪਇਓ ਨਰ ਸਾਰੰਗ। ਹੁਣ ਸਾਰੰਗ ਧਨਖ ਨੂੰ ਵੀ ਕਹਿੰਦਾ 9 ਟੰਕਾ ਧਨਖ ਮਹਾਰਾਜ ਜੀ ਆਪਣੇ ਹੱਥ 'ਚ ਧਾਰਨ ਕਰਕੇ ਪ੍ਰਮਾਤਮਾ ਨੇ ਨਰ ਤਨ ਧਾਰਨ ਕੀਤਾ। ਸਾਰੰਗ ਸ਼੍ਰੀ ਹਰਗੋਬਿੰਦ ਸਾਰੰਗ। ਉਸ ਜੋਤ ਰੂਪੀ, ਸਾਰੰਗ ਨਾਮ ਜੋਤੀ ਦਾ ਵੀ ਹੈ ਨਾ, ਜੋਤ ਰੂਪ ਪਰਮੇਸ਼ਰ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਰ ਤਨ ਧਾਰਨ ਕੀਤਾ ਔਰ ਇਹ ਸੰਸਾਰ 'ਚ ਪ੍ਰਗਟ ਹੋਏ ਨੇ। ਸ਼੍ਰੀ ਗੁਰੂ ਹਰਿ ਰਾਏ ਜੀ ਮੰਗਲ, ਪਵ ਪਾਵਕ ਸਿੰਧ ਆਗਾਦ ਜਿਨੋ। ਧੰਨ ਗੁਰੂ ਹਰਿ ਰਾਏ ਸਾਹਿਬ ਜੀ ਦਾ ਮੰਗਲ ਕਰਦੇ ਐ। ਕਹਿੰਦੇ ਆ ਜਿਹੜਾ ਸੰਸਾਰ ਸਮੁੰਦਰ ਹੈ ਮਾਨੋ ਅਗਨੀ ਦਾ ਅਗਾਧ ਸਮੁੰਦਰ ਹੈ। ਸ਼ਰਨਾ ਸਰਨਾ ਤਰਨਾ ਤਰਨਾ। ਸਰਨਾ ਸਰਨਾ ਤਰਨਾ ਤਰਨਾ, ਏਦਾਂ ਅਰਥ ਹੋਵੇਗਾ ਇਹਦਾ। ਜਿਹੜੇ ਤਾਂ ਗੁਰੂ ਹਰਿ ਰਾਏ ਸਾਹਿਬ ਦੀ ਸ਼ਰਨ 'ਚ ਪੈਣਗੇ ਉਹ ਤਰਨਾ ਤਰ ਜਾਣਗੇ, ਤੇ ਜਿਹੜੇ ਸਰਨਾ ਨਹੀਂ ਆਉਣਗੇ ਸ਼ਰਨ ਵਿੱਚ, ਤਰਨਾ ਉਹ ਨਹੀਂ ਤਰਨਗੇ। ਲਿਖੇ ਦੋਵੇਂ ਇੱਕੋ ਪ੍ਰਕਾਰ ਨਾਲ, ਸਰਨਾ ਸਰਨਾ ਤਰਨਾ ਤਰਨਾ, ਪਰ ਅਰਥ ਇੱਕ ਦਾ ਸਰਨਾ ਇਕੱਠਾ ਅਰਥ ਹੋਵੇਗਾ, ਇੱਕ ਦਾ ਸਰਨਾ ਤਰਨਾ। ਕਹਿੰਦੇ ਜਿਹੜੇ ਗੁਰੂ ਹਰਿ ਰਾਏ ਸਾਹਿਬ ਦੀ ਸ਼ਰਨ ਆਉਣਗੇ ਉਹ ਇਸ ਅੱਗ ਦੇ ਸਮੁੰਦਰ ਤੋਂ ਤਰ ਜਾਣਗੇ, ਜਿਹੜੇ ਨਹੀਂ ਆਉਣਗੇ ਉਹ ਨਹੀਂ ਤਰਨਗੇ। ਹਾਂਜੀ। ਪਰ ਐਸ਼ਵਰਜ ਹੇਰ ਹਿਰਦੇ ਜਰਨਾ। ਗੁਰੂ ਹਰਿ ਰਾਏ ਸਾਹਿਬ ਜੀ ਸਿਖਾਉਂਦੇ ਐ ਕਿ ਕਿਸੇ ਦੂਜੇ ਦਾ ਐਸ਼ਵਰਜ ਵੇਖ ਕੇ, ਕਿਸੇ ਦੂਜੇ ਦੀ ਵਡਿਆਈ ਵੇਖ ਕੇ ਹਿਰਦੇ 'ਚ ਜਰਨ ਦੀ ਸ਼ਕਤੀ ਬਣਾਓ। ਆਮ ਕਰਕੇ ਬੜੀ ਔਖੀ ਘਾਟੀ ਆ, ਮਾਫ ਕਰਨਾ ਸਾਧ ਸੰਗਤ ਜੀ ਮੇਰੇ ਸਮੇਤ। ਦੂਜੇ ਦੀ ਸੋਭਾ ਸਾਡੇ ਕੋਲੋਂ ਬਰਦਾਸ਼ਤ ਨਹੀਂ ਹੁੰਦੀ। ਮਹਾਰਾਜ ਗੁਰੂ ਹਰਿ ਰਾਏ ਸਾਹਿਬ ਪਤਾ ਕੀ ਸਿਖਾਉਂਦੇ ਐ? ਉਹ ਸਿਖਾਉਂਦੇ ਐ ਕਿਸੇ ਦੂਜੇ ਦਾ ਐਸ਼ਵਰਜ ਵੇਖ ਕੇ। ਭਾਈ ਮਨੀ ਸਿੰਘ ਸ਼ਹੀਦ ਨੇ ਲਿਖਿਆ, ਉਹ ਕਹਿੰਦੇ ਜਦੋਂ ਕੋਈ ਤੁਹਾਨੂੰ ਐਸ਼ਵਰਜ ਵਾਲਾ ਗੁਣੀ ਬੰਦਾ ਨਜ਼ਰ ਆਵੇ ਤੇ ਪਰਮੇਸ਼ਰ ਦਾ ਸ਼ੁਕਰ ਕਰਦੇ ਆਖਿਆ ਕਰੋ, ਧੰਨ ਵਾਹਿਗੁਰੂ ਜਿਨ ਅਸ ਨਾਰੇ ਉਪਜਾਏ। ਹੈ ਵਾਹਿਗੁਰੂ ਤੂੰ ਧੰਨ ਹੈ, ਇਹੋ ਜਿਹੇ ਗੁਣੀ ਬੰਦੇ ਤੈਂ ਪੈਦਾ ਕੀਤੇ। ਕਹਿੰਦੇ ਕਿਸੇ ਦੂਸਰੇ ਦਾ ਐਸ਼ਵਰਜ ਵੇਖ ਕੇ ਹਿਰਦੇ 'ਚ ਜਰਨਾ। ਹਾਂਜੀ। ਨਿਜ ਓਜ ਮਹਾ ਜਰਨਾ ਜਰਨਾ। ਕਹਿੰਦੇ ਆਪਣਾ ਬਲ ਵੀ ਜਰਨਾ, ਤੇ ਜਿਹੜਾ ਨਹੀਂ ਜਰਦਾ ਜਰਨਾ, ਉਹਦੀਆਂ ਜੜਾਂ ਨਹੀਂ ਰਹਿੰਦੀਆਂ, ਉਹਦੀਆਂ ਜੜਾਂ ਸੁੱਕ ਜਾਂਦੀਆਂ। ਜਿਹੜਾ ਕਿਸੇ ਦੂਜੇ ਦਾ ਪ੍ਰਤਾਪ ਵੇਖ ਕੇ ਨਾ ਜਰ ਸਕੇ, ਕਹਿੰਦੇ ਜਰ ਨਾ, ਉਹਦੀ ਜੜ ਨਹੀਂ ਰਹਿੰਦੀ। ਹਰ ਰਾਏ ਪ੍ਰਭੂ ਸਮ ਕੇ ਹਰ ਕੇ। ਧੰਨ ਗੁਰੂ ਹਰਿ ਰਾਏ ਸਾਹਿਬ ਜੀ ਬੱਬਰ ਸ਼ੇਰ ਵਾਂਗੂ ਹਨ। ਜਨ ਦੋਸ਼ ਕਰੇ ਹਰ ਨਾ ਹਰ ਨਾ। ਕਹਿੰਦੇ ਜਿਨ੍ਹਾਂ ਨੇ ਆਪਣਿਆਂ ਸੇਵਕਾਂ ਦੇ ਜਿੰਨੇ ਦੋਸ਼ਾਂ ਰੂਪੀ ਹਰਨ ਸੀ ਨਾ, ਉਹਨਾਂ ਹਿਰਨਾਂ ਨੂੰ ਹਰਨਾ ਹਰ ਲਿਆ, ਯਾਨੀ ਕਿ ਉਹਨਾਂ ਨੂੰ ਭਜਾ ਦਿੱਤਾ। ਜਿਵੇਂ ਸ਼ੇਰ ਗੱਜਦਾ ਤੇ ਹਿਰਨ ਦੌੜ ਜਾਂਦੇ ਨੇ, ਏਦਾਂ ਜਿੱਥੇ ਗੁਰੂ ਹਰਿ ਰਾਏ ਸਾਹਿਬ ਦਾ ਨਾਂ ਲਈਏ ਉੱਥੇ ਸਾਰੇ ਪਾਪ ਨਿਰਵਿਰਤ ਹੋ ਜਾਂਦੇ ਨੇ। ਰਸਨਾ ਤੋਂ ਕਹੀਏ ਧੰਨ ਧੰਨ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ। ਕਹਿਣਾ ਕਹਿਣਾ ਫੁੱਲ ਹੋਏ ਨਾ ਸੁਗੰਧੇ। ਕਹਿੰਦੇ ਜ਼ੁਬਾਨ ਤੋਂ ਕੇਵਲ ਗੱਲਾਂ ਕਰਨੀਆਂ ਗਿਆਨ ਦੀਆਂ, ਉਹ ਕਹਿਣੇ ਫੁੱਲ ਸਮਾਨ। ਜਿਵੇਂ ਡੋਰੇ ਵੱਤ ਇੱਕ ਜਾਲੇ ਦਾ ਫੁੱਲ ਹੁੰਦਾ ਨਾ, ਉਹਦੇ 'ਚ ਨਾ ਸੁਗੰਧੀ, ਉਹ ਹੁੰਦਾ ਫੁੱਲ ਵਾਂਗੂ ਜਿਵੇਂ ਜਾਲੇ ਜਿਹਦਾ ਬਣਿਆ ਹੁੰਦਾ। ਉਹ ਕਹਿੰਦੇ ਜਿਹੜੀਆਂ ਗੱਲਾਂ ਕੱਲੀਆਂ ਕਰਨੀਆਂ ਗਿਆਨ ਦੀਆਂ, ਉਹ ਕਹਿਣੇ ਦੇ ਫੁੱਲ ਵਾਂਗੂ, ਉਹਨਾਂ 'ਚ ਭਗਤੀ ਦੀ ਸੁਗੰਧੀ ਨਹੀਂ ਹੈ। ਹਾਂਜੀ। ਗੁਰੂ ਕਰੁਣਾ ਕਰਨਾ ਕਰਨਾ। ਪਰ ਜਿਨ੍ਹਾਂ ਤੇ ਗੁਰੂ ਹਰਿ ਰਾਏ ਸਾਹਿਬ ਕਰੁਣਾ ਕਰ ਦੇਣ, ਕਹਿੰਦੇ ਉਹਨਾਂ ਨੂੰ ਸੰਗਤਰੇ ਦੇ ਫੁੱਲਾਂ ਵਰਗਾ ਸੁਗੰਧੀ ਵਾਲਾ ਬਣਾ। ਕਰਨਾ ਕਰਨਾ। ਸੰਤਰਾ, ਉਹਦਾ ਜਿਹੜਾ ਫੁੱਲ ਲੱਗਦਾ ਨਾ ਪਹਿਲਾਂ ਸੰਤਰੇ, ਉਹਦੇ 'ਚ ਬੜੀ ਸੁਗੰਧੀ ਆਉਂਦੀ ਹੈ। ਕਹਿੰਦੇ ਉਹਨੂੰ ਮਹਾਰਾਜ ਜੀ ਉਸ ਸੰਗਤਰੇ ਦੇ ਫੁੱਲ ਵਾਂਗੂ ਸੁਗੰਧੀ ਵਾਲਾ ਬਣਾ ਦਿੰਦੇ ਆ ਗੁਰੂ ਹਰਿ ਰਾਏ ਸਾਹਿਬ। ਇਹੋ ਜਿਹੇ ਦਿਆਲੂ ਹਨ। ਇਸ਼ਟ ਗੁਰੂ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਜੀ ਮੰਗਲ। ਪਾਤਸ਼ਾਹ ਦਾ ਮੰਗਲ ਕਰਦੇ ਹਨ। ਚੌਪਈ ਕ੍ਰਿਸ਼ਨ ਵਰਤਮਾ ਗੁਰ ਹਰਿ ਕ੍ਰਿਸ਼ਨ। ਕ੍ਰਿਸ਼ਨ ਵਰਤਮਾ ਦਾ ਮਤਲਬ ਹੈ ਅਗਨੀ, ਕਾਲੇ ਰੰਗ ਦੀ, ਚਿੱਟੇ ਰੰਗ ਦੀ ਉਜਵਲ ਅਗਨੀ। ਗੁਰੂ ਹਰਿ ਕ੍ਰਿਸ਼ਨ ਸਾਹਿਬ ਅਗਨੀ ਦੇ ਸਮਾਨ ਹਨ। ਕਾਨਨ ਕਲ ਕੇ ਕਲਮਲ ਕ੍ਰਿਸ਼ਨ। ਔਰ ਜਿਹੜੇ ਕਾਲੇ ਰੰਗ ਦੇ ਪਾਪ ਰੂਪੀ ਜੰਗਲ ਨੇ, ਉਹਨਾਂ ਜੰਗਲਾਂ ਨੂੰ ਸਾੜਨ ਵਾਸਤੇ ਗੁਰੂ ਹਰਿ ਕ੍ਰਿਸ਼ਨ ਸਾਹਿਬ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਜੀ, ਗੂੰਗਿਆਂ ਤੋਂ ਕਥਾ ਕਰਾਉਣ ਵਾਲੇ ਸਾਹਿਬ ਜੀ,
ਕਹਿੰਦੇ ਅਗਨੀ ਦੇ ਸਮਾਨ ਹਨ। ਨਾਮ ਸਰੂਪ ਵਿਸ਼ਨ ਹਰ ਕ੍ਰਿਸ਼ਨ, ਨਾਮ ਤੇ ਰੂਪ ਕਰਕੇ ਕਹਿੰਦੇ ਵਿਸ਼ਨੂੰ ਜੈਸੀ ਵਿਭੂਤੀ ਹੈ। ਸਿਮਰੋ ਬੰਦੋ ਹੋਏ ਕਬ ਕ੍ਰਿਸ਼ਨਾ, ਪਰ ਹਨ ਆਪ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਗੁਰੂ ਹਰਿਕ੍ਰਿਸ਼ਨ ਸਾਹਿਬ। ਕਹਿੰਦੇ ਉਹਨਾਂ ਦਾ ਸਿਮਰਨ ਕਰੋ। ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਸਿਮਰੋਗੇ ਤੇ ਕ੍ਰਿਸ਼ਨਾ ਤੁਸੀਂ ਛੀਣ ਨਹੀਂ ਹੋਵੋਗੇ। ਕ੍ਰਿਸ਼ਨਾ ਦਾ ਮਤਲਬ ਤੁਸੀਂ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ ਵਾਲੀ ਖੇਡ ਹੈ, ਕਹਿੰਦੇ ਉਹਨੂੰ ਪ੍ਰਾਪਤ ਹੋਵੋਗੇ। ਕ੍ਰਿਸ਼ਨਨ ਗੁਣ ਗਨ ਮਨੋ ਕਿਰਸਾਨ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸ਼ੁਭ ਗੁਣਾ ਰੂਪੀ ਖੇਤੀ ਲਈ ਕਿਸਾਨ ਦੇ ਸਮਾਨ ਨੇ। ਜਿਵੇਂ ਕਿਸਾਨ ਆਪਣੀ ਖੇਤੀ ਪਾਲਦਾ, ਗੁਰੂ ਹਰਿਕ੍ਰਿਸ਼ਨ ਸਾਹਿਬ ਸ਼ੁਭ ਗੁਣਾਂ ਦੀ ਖੇਤੀ ਨੂੰ ਪਾਲਦੇ ਨੇ। ਬੰਧਨ ਬੰਸਨ ਵਿਪਨ ਕਿਰਸਾਨ, ਔਰ ਆਪਣੇ ਸੇਵਕਾਂ ਦੇ ਜਿਹੜੇ ਬੰਧਨ ਰੂਪੀ ਜੰਗਲ ਨੇ, ਉਹਨਾਂ ਜੰਗਲਾਂ ਨੂੰ ਅੱਗ ਵਾਂਗੂ ਸਾੜਨ ਵਾਲੇ ਹਨ। ਜਿਨ ਕੇ ਪੂਜਤ ਰੇਤ ਕਿਰਸਾਨ, ਜਿਨ੍ਹਾਂ ਦੀ ਪੂਜਾ ਖੁਦ ਸ਼ਿਵ ਜੀ ਵੀ ਆ ਕੇ ਕਰਦਾ ਹੈ। ਸੋ ਸਰੂਪ ਸਤਿਗੁਰ ਭਗਵਾਨ, ਉਹ ਸਰੂਪ ਭਗਵਾਨ ਦਾ ਸਵਰੂਪ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁਖ ਜਾਏ। ਇਸ਼ਟ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਮੰਗਲ, ਨੌਵੇਂ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਕਥਾ, ਉਹਨਾਂ ਦੀ ਸੋਭਾ। ਇਹ ਕਥਾ ਜਿਹੜੀ ਸੰਪੂਰਨ ਕਥਾ ਪਹਿਲੀ ਵਾਰ ਹੋਈ ਨਾ, ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਇਹ ਨੌਵੇਂ ਪਾਤਸ਼ਾਹ ਦੇ ਦਰਬਾਰ 'ਚ ਸੰਪੂਰਨ ਕੀਤੀ ਕੈਂਥਲ ਵਿਖੇ। ਤੇ ਅੱਜ ਵੀ ਨੌਵੇਂ ਪਾਤਸ਼ਾਹ ਦੇ, ਹੁਣ ਤਾਂ ਹਰ ਗੁਰੂ ਘਰ ਵਿੱਚ ਸਾਹਿਬਾਂ ਦਾ ਜਸ ਹੁੰਦਾ, ਇਸ ਕਥਾ ਦਾ ਪ੍ਰਵਾਹ ਚੱਲਦਾ। ਤੇ ਨੌਵੇਂ ਪਾਤਸ਼ਾਹ ਦੇ ਦਰਬਾਰ 'ਚ ਜੁੜ ਬੈਠੇ ਆ, ਨੌਵੇਂ ਗੁਰਦੇਵ ਦਾ ਮੰਗਲ ਕਰਦੇ ਹਨ। ਸਿੱਖ ਵਿਕਾਰ ਪਰ ਹਰਨ ਬਹਾਦਰ, ਸਿੱਖਾਂ ਦੇ ਵਿਕਾਰਾਂ ਨੂੰ ਦੂਰ ਕਰਨ ਵਾਸਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਹਾਦਰ ਨੇ, ਬਲੀ ਨੇ। ਬਹਾਦਰ ਦਾ ਇੱਥੇ ਅਰਥ ਹੈ ਬਲੀ। ਬਹਾਦਰ ਬਲੀ ਨੇ ਆਪਣੇ ਸਿੱਖਾਂ ਦੇ ਵਿਕਾਰਾਂ ਨੂੰ ਦੂਰ ਕਰਨ ਵਿੱਚ। ਜਿਸ ਕਰੁਣਾ ਸਭ ਥਾਨ ਮਹਾਦਰ, ਜਿਨ੍ਹਾਂ ਦੀ ਕਿਰਪਾ ਨਾਲ ਹਰ ਜਗ੍ਹਾ ਤੇ ਮਾਣ ਮਿਲਦਾ ਹੈ, ਜਿਨ੍ਹਾਂ ਦੀ ਦਇਆ ਨਾਲ ਹਰ ਥਾਂ ਤੇ ਸਤਿਕਾਰ ਮਿਲਦਾ ਹੈ, ਨੌਵੇਂ ਪਾਤਸ਼ਾਹ ਦੇ ਤਰਸ ਨਾਲ। ਹਿਆ ਤੇ ਸਿਮਰਤ ਜਤ ਕਤ ਹਾਦਰ, ਜਦੋਂ ਹਿਰਦੇ ਨਾਲ ਜਿੱਥੇ ਸਿਮਰੀਏ, ਸੰਸਾਰ ਦੇ ਕਿਸੇ ਕੋਨੇ ਵਿੱਚ ਸਿਮਰੀਏ, ਵਿਸ਼ਵ ਭਰ ਦੀ ਕਿਸੇ ਜਗ੍ਹਾ ਤੇ ਵੀ ਸਿਮਰੀਏ, ਉੱਥੇ ਹੀ ਹਾਜ਼ਰ ਨਾਜ਼ਰ ਹੋ ਜਾਂਦੇ ਨੇ। ਐਸੇ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ। ਨਮੋ ਨਮੋ ਸ਼੍ਰੀ ਤੇਗ ਬਹਾਦਰ, ਸਭ ਥਾਈਂ ਹੋਏ ਸਹਾਏ ਨੌਵੇਂ ਪਾਤਸ਼ਾਹ ਦੇ ਚਰਨਾਂ 'ਚ ਬਾਰੰਬਾਰ ਨਮਸਕਾਰ ਹੈ। ਇਸ਼ਟ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮੰਗਲ, ਦਸਵੇਂ ਪਾਤਸ਼ਾਹ ਦਾ ਮੰਗਲ ਬੜੇ ਸੁੰਦਰ ਢੰਗ ਨਾਲ ਕਰਦੇ ਹਨ। ਸਵਈਆ ਬਾਰੀ ਰਚੀ ਜਿਸ ਉਜਲ ਕੀ, ਕਹਿੰਦੇ ਜਿਨ੍ਹਾਂ ਨੇ ਉਜਵਲ ਜਸ ਦੀ ਬਗੀਚੀ, ਇੱਥੇ ਬਾਰੀ ਦਾ ਅਰਥ, ਇੱਥੇ ਬਾਰੀ ਸ਼ਬਦ ਚੱਲੇਗਾ ਸਾਰੇ ਚੰਦ 'ਚ। ਸ਼ੁਭ ਗੁਣਾ ਦਾ ਜਸ ਰੂਪੀ ਉਜਵਲ ਬਗੀਚੀ ਮਹਾਰਾਜ ਜੀ ਨੇ ਰਚੀ ਹੈ। ਬਿਕਸੇ ਜਿਮ ਫੂਲ ਸਦਾ ਸੁਖ ਬਾਰੀ, ਕਹਿੰਦੇ ਜਿਹਦੇ ਵਿੱਚ ਸ਼ੁਭ ਗੁਣਾ ਰੂਪੀ ਫੁੱਲ ਖੇੜੇ ਨੇ, ਪੰਥ ਵਿੱਚ ਉਜਵਲ ਜਸ ਵਾਲੇ ਪ੍ਰਫੁੱਲਤ ਹੋ ਰਹੇ ਹਨ। ਬਾਰੀ ਇਹ ਬਾਰੀ ਰਟੇ ਜਿਸ ਨਾਮ, ਕਹਿੰਦੇ ਜਿਸ ਸਾਹਿਬ ਕਲਗੀਧਰ ਜੀ ਦਾ ਪਰਮ ਪਿਆਰਾ ਨਾਮ ਮੈਂ ਵਾਰ-ਵਾਰ ਉਚਾਰਦਾ, ਵਾਰ-ਵਾਰ ਦਸਵੇਂ ਪਾਤਸ਼ਾਹ ਭਾਈ ਸਾਹਿਬ ਦਸਵੇਂ ਪਾਤਸ਼ਾਹ ਤੇ ਇਹੋ ਜੀ ਆਸ ਰੱਖਦੇ। ਜਦੋਂ ਕਥਾ ਸੰਪੂਰਨ ਕਰਕੇ ਭਾਈ ਸਾਹਿਬ ਨੇ ਤਕਰੀਬਨ 2 ਮਹੀਨੇ ਹੀ ਰਹੇ ਸੰਸਾਰ 'ਚ, ਸਰੀਰ ਛੱਡ ਗਏ। ਇਹੀ ਕਿਹਾ ਕਰਦੇ ਸੀ ਆਪਣੇ ਹਿਰਦੇ 'ਚ, ਅਭਿਆਨ ਕੀ ਆਸ ਨਿਰਾਸ ਭਈ, ਕਲਗੀਧਰ ਬਾਸ ਕੀਓ ਮਨ ਮਾਹੀ। ਅਭਿਆਨ ਕੀ ਆਸ ਨਿਰਾਸ ਭਈ, ਮਹਾਰਾਜ ਮੈਨੂੰ ਕਿਸੇ ਦੀ ਕੋਈ ਆਸ ਨਹੀਂ ਰਹੀ। ਹੁਣ ਮੇਰੇ ਬਾਜਾਂ ਵਾਲੇ ਕਲਗੀਧਰ ਮੇਰੇ ਹਿਰਦੇ 'ਚ ਵਸ ਗਏ ਨੇ। ਹੇ ਬਾਜਾਂ ਵਾਲੇ ਸੁਆਮੀ ਜੀ, ਮੈਨੂੰ ਆਪਣੀ ਬਾਹ ਫੜਾ ਕੇ, ਮੇਰੀ ਉਂਗਲ ਫੜ ਕੇ ਉੱਥੇ ਲੈ ਚੱਲੋ ਜਿੱਥੇ ਤੁਸੀਂ ਰਹਿੰਦੇ ਹੋ। ਇਹੋ ਜਿਹਾ ਭਰੋਸਾ। ਭਾਈ ਸਾਹਿਬ ਕਹਿੰਦੇ ਬਾਰੀ ਹੈ ਬਾਰੀ ਰਟੇ ਜਿਸ ਨਾਮ, ਬਾਰ-ਬਾਰ ਜਿਨ੍ਹਾਂ ਦਾ ਨਾਮ ਉਚਰੀਏ, ਕਲਗੀਧਰ ਪਾਤਸ਼ਾਹ ਦਾ। ਉਧਾਰਤ ਹੈ ਜਗ ਜੇ ਨਿਦ ਬਾਰੀ, ਜਿਹੜੇ ਸੰਸਾਰ ਸਮੁੰਦਰ ਤੋਂ ਨਿਦ ਬਾਰੀ, ਇਹ ਸੰਸਾਰ ਭਵਜਲ ਜਿਹੜਾ, ਇਹਦੇ ਤੋਂ ਮਹਾਰਾਜ ਜੀ ਦਾ ਨਾਮ ਪਾਰ ਉਤਾਰਦਾ ਹੈ। ਬਾਰੀ ਗੁਰੂ ਪਰ ਪੰਥ ਸ਼ੁਰੂ ਕੀਏ, ਮੈਂ ਬਾਰੀ ਗੁਰੂ ਪਰ, ਬਾਰੀ ਦਾ ਇੱਥੇ ਅਰਥ ਹੈ ਵਾਰਨੇ ਜਾਵਾਂ,
ਮਾਰ ਕਲਗੀਧਰ ਪਾਤਸ਼ਾਹ ਤੋਂ ਵਾਰੇ ਜਾਵਾਂ ਜਿਨ੍ਹਾਂ ਨੇ ਖਾਲਸਾ ਪੰਥ ਸਾਜਿਆ, ਜਿਨ੍ਹਾਂ ਨੇ ਪੰਥ ਸਾਜਣਾ ਕੀਤਾ। ਪੌਸ਼ਰਨੀ ਕਰੀਏ ਨਾ ਅਬਾਰੀ। ਇੱਥੇ ਬਾਰੀ ਤੋਂ ਪਹਿਲਾਂ ਐੜਾ ਲਾ ਦਿੱਤਾ, ਅਬਾਰੀ। ਕਹਿੰਦੇ ਛੇਤੀ ਸ਼ਰਨ ਪਾਓ ਵੀ ਕਲਗੀਧਰ ਦੇ, ਜਿਵੇਂ ਕਹਿੰਦੇ ਛੇਤੀ ਕਰੋ, ਭਾਈ ਸਾਹਿਬ ਕਹਿੰਦੇ ਛੇਤੀ ਕਰੋ, ਕਲਗੀਧਰ ਦੇ ਚਰਨਾਂ ਦੀ ਸ਼ਰਨ ਚ ਪੈ ਜਾਓ, ਦੇਰੀ ਨਾ ਲਾਓ। ਬਾਰੀ ਬਚਨ ਹਰੇ ਮਲ ਪਾਪਨ। ਜਿਨ੍ਹਾਂ ਦੇ ਬਚਨ ਪਾਪਾਂ ਦੇ ਮੈਲ ਨੂੰ ਧੋਣ ਲਈ ਬਾਰੀ ਪਾਣੀ ਵਾਂਗੂ ਹਨ। ਸ਼ੁਰੀਅਤ ਸਿੱਖ ਸਦਾ ਪਰ ਬਾਰੀ। ਪਰ ਬਾਰੀ ਦਾ ਮਤਲਬ ਆਲੇ ਦੁਆਲੇ ਘੇਰਾ ਪਾ ਕੇ ਕਲਗੀਧਰ ਪਾਤਸ਼ਾਹ ਦੇ ਬਚਨ ਸੁਣਦੇ ਨੇ ਸਿੱਖ। ਇਸ਼ਟ ਗੁਰੂ ਦਸੋਂ ਗੁਰੂ ਸਾਹਿਬਾਂ ਦਾ ਮੰਗਲ। ਹੁਣ 10 ਪਾਤਸ਼ਾਹੀਆਂ ਦਾ ਇਕੱਠਾ ਮੰਗਲ ਕਰਦੇ ਹਨ। ਚਿੱਤਰ ਪਦਾ ਛੰਦ 52 ਹੋਏ ਬਲ ਰਾਏ ਬੰਦਿਓ। ਕਹਿੰਦੇ ਸਤਜੁਗ ਦੁਆਪਰ ਦੇ ਵਿੱਚ ਜਿਹੜੇ ਅਵਤਾਰ ਹੋਏ, ਕਹਿੰਦੇ 52 ਜੀ ਹੋਏ ਜਿਨ੍ਹਾਂ ਨੇ ਰਾਜੇ ਬਲ ਨੂੰ ਬੰਨਿਆ। ਬਲ ਬਾਲ ਬੰਦਿਓ ਪੁਨ ਪੇ ਨਰ ਸਿੰਘ। ਫਿਰ ਬਲ ਬਾਲੀ ਨੂੰ ਬੰਨਿਆ, ਰਾਮ ਰੂਪ ਹੋ ਕੇ ਨਰ ਸਿੰਘ ਰੂਪ ਹੋਏ। ਕਛਪ ਮੱਛ ਬਰਹਾ ਬਨੇ। ਕੱਛ ਅਵਤਾਰ, ਮੱਛ ਅਵਤਾਰ, ਬਰਾਹ ਅਵਤਾਰ ਹੋਏ। ਮ੍ਰਿਗ ਰਾਖਸ਼ ਦੈਂਤ ਹਤੇ ਜਿਮ ਸਿੰਘ। ਜਿਨ੍ਹਾਂ ਨੇ ਰਾਖਸ਼ਾਂ ਰੂਪੀ ਹਿਰਨਾਂ ਨੂੰ ਸ਼ੇਰ ਬਣ ਕੇ ਮਾਰਿਆ। ਰਾਮ ਪਏ ਦਿਜ ਰਾਮ ਪਏ। ਕਦੇ ਰਾਮਚੰਦਰ ਹੋਏ, ਕਦੇ ਪਰਸਰਾਮ ਹੋ ਕੇ ਆਏ। ਕਨ ਸ਼ਾਮ ਪਏ ਤਰ ਮੈਂ ਨਰ ਸਿੰਘ। ਫਿਰ ਕਹਿੰਦੇ ਘਨ ਸ਼ਾਮ ਹੋ ਕੇ, ਕ੍ਰਿਸ਼ਨ ਹੋ ਕੇ, ਜਿਵੇਂ ਧਰਤੀ ਤੇ ਕੋਈ ਸ਼ੇਰ ਜੰਮਦਾ ਏਦਾਂ ਨਰ ਰੂਪ ਵਿੱਚ ਆਏ। ਸੋ ਕਲ ਮੈਂ ਗੁਰ ਨਾਨਕ ਰੂਪ। ਇਹ 10 ਅਵਤਾਰ ਮੰਨੇ ਜਾਂਦੇ, ਜਿਹੜੇ ਉੱਪਰ ਮੁੱਖ ਅਵਤਾਰ ਨੇ ਨਾ 10 ਵਿਸ਼ਨੂੰ ਜੀ ਦੇ ਮੰਨੇ ਜਾਂਦੇ ਆ। ਕਹਿੰਦੇ ਉਹ ਵਿਸ਼ਨੂੰ ਜੀ ਦੇ 10 ਅਵਤਾਰ ਨੇ, ਪਰ ਜਿਹੜੇ ਕਲਯੁਗ ਵਿੱਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ 10 ਅਵਤਾਰ ਨੇ, ਪਰਮੇਸ਼ਰ ਦੇ ਅਵਤਾਰ ਨੇ। ਉਹ ਵਿਸ਼ਨੂੰ ਦੇ 10 ਅਵਤਾਰ ਨੇ। ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਇਹ 10 ਪਾਤਸ਼ਾਹੀਆਂ ਪਾਰਬ੍ਰਹਮ ਪਰਮੇਸ਼ਰ ਦਾ ਅਵਤਾਰ ਹਨ। ਦਸੇ ਤਨ ਪੇ ਲਗ ਗੋਬਿੰਦ ਸਿੰਘ। ਮੈਂ ਉਹਨਾਂ 10 ਸਰੂਪਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਭਾਈ ਸਾਹਿਬ ਕਹਿੰਦੇ ਮੈਂ ਚਰਨਾਂ ਤੇ ਸਿਰ ਧਰ ਕੇ ਮੱਥਾ ਟੇਕਦਾ ਹਾਂ। ਚੋਪਈ ਦਸੋਂ ਗੁਰਨ ਕੀ ਕਰੁਣਾ ਪਾਈ। 10 ਪਾਤਸ਼ਾਹੀਆਂ ਦੀ ਕਿਰਪਾ ਪ੍ਰਾਪਤ ਕਰਕੇ ਦਸੋਂ ਗੁਰਨ ਕੀ ਕਥਾ ਬਣਾਈ। ਮੈਂ ਇਹ 10 ਗੁਰੂਆਂ ਦੀ ਕਥਾ ਲਿਖੀ ਹੈ। ਪੁਨ ਪੁਨ ਤਰ ਪਰ ਧਰ ਧਰ ਸਿਰ ਮੈਂ ਕੋ। ਬਾਰ-ਬਾਰ ਧਰ ਤੇ ਜ਼ਮੀਨ ਤੇ ਸਿਰ ਧਰ ਕੇ ਬੰਦਨ ਕਰੋ ਪ੍ਰੇਮ ਕਰ ਔਰ ਕੋ। ਬਾਰ-ਬਾਰ 10 ਪਾਤਸ਼ਾਹੀਆਂ ਨੂੰ ਬੰਦਨਾ ਕਰਦਾ ਪ੍ਰੇਮ ਨਾਲ। ਪੁਰਬਾਰਦ ਉਤਰਾਰਧ ਦੋਏ। ਪਹਿਲਾਂ ਪੁਰਬਾਰਧ ਤੇ ਉਤਰਾਰਧ 2 ਪੱਖ ਜਿਹੜੇ ਨੇ ਗੁਰੂ ਨਾਨਕ ਪ੍ਰਕਾਸ਼ ਦੇ, ਇਹ ਆਪਾਂ ਕਥਾ ਗੁਰੂ ਸਾਹਿਬ ਦੀ ਕਿਰਪਾ ਨਾਲ 31 ਅਗਸਤ 2016 ਨੂੰ ਨਾਨਕ ਪ੍ਰਕਾਸ਼ ਦੀ ਕਥਾ ਪ੍ਰਾਰੰਭ ਕੀਤੀ ਸੀ। 17 ਦੇ ਵਿੱਚ ਤਕਰੀਬਨ ਸਤੰਬਰ ਮਹੀਨੇ ਵਿੱਚ ਨਾਨਕ ਪ੍ਰਕਾਸ਼ ਕਥਾ ਦਾ ਆਪਾਂ ਭੋਗ ਪਾਇਆ ਸੀ। ਤੋਂ ਨਾਨਕ ਪ੍ਰਕਾਸ਼ ਦੇ 2 ਪੱਖ ਨੇ। ਭਾਈ ਸਾਹਿਬ ਨੇ ਬੂੜੀਆ ਨਗਰ ਹੈ, ਯਮਨਾ ਨਗਰ ਜਗਾਦਰੀ ਦੇ ਕੋਲ, ਉੱਥੇ ਭਾਈ ਸਾਹਿਬ ਜੀ ਨੇ ਇਹ ਰਹਿ ਕੇ ਨਾਨਕ ਪ੍ਰਕਾਸ਼ ਦੀ ਕਥਾ ਲਿਖੀ। ਉੱਥੋਂ ਸਿੰਘ ਸਾਹਿਬ ਜੀ ਆਏ ਨੇ, ਭਾਈ ਸਾਹਿਬ ਦੀ ਯਾਦ ਵਿੱਚ ਉੱਥੇ ਸੰਥਿਆ ਕਰਾਉਂਦੇ ਆ। ਉਹਨਾਂ ਨੇ ਟਰਸਟ ਬਣਾਇਆ, ਗਿਆਨੀ ਟਿੱਕਾ ਸਿੰਘ ਜੀ ਬੂੜੀਆ ਵਿੱਚ ਉਹਨਾਂ ਦੀ ਯਾਦਗਾਰ ਕਾਇਮ ਕਰ ਰਹੇ ਨੇ। ਪੁਰਬਾਰਧ ਤੇ ਉਤਰਾਰਧ ਇਹ 2 ਉਹਨਾਂ ਦੇ 2 ਪੱਖ ਨੇ ਜਿਨ੍ਹਾਂ ਦੇ ਅੱਗੇ ਪ੍ਰਸੰਗ ਹਨ। ਹਾਂਜੀ, ਕਥਾ ਬਣੀ ਗੁਰੂ ਨਾਨਕ ਸੋਏ। ਉਹ ਗੁਰੂ ਨਾਨਕ ਸਾਹਿਬ ਦੀ ਕਥਾ ਕਹੀ ਹੈ। ਬਰਨੀ ਦਵਾਦਸ਼ ਰਾਸ਼ ਅਗਾਰੀ। ਫਿਰ ਅੱਗੇ 12 ਰਾਸਾਂ ਸੂਰਜ ਪ੍ਰਕਾਸ਼ ਦੀਆਂ ਰਚੀਆਂ ਨੇ। ਨਵਮ ਗੁਰੂ ਲਗ ਕਥਾ ਸੁਧਾਰੀ। 12 ਰਾਸਾਂ ਚ 9ਵੇਂ ਪਾਤਸ਼ਾਹ ਗੁਰੂ ਅੰਗਦ ਸਾਹਿਬ ਤੋਂ ਲੈ ਕੇ 9ਵੇਂ ਪਾਤਸ਼ਾਹ ਤੱਕ ਜਿਹੜਾ ਇਤਿਹਾਸ ਹੈ ਉਹ 12 ਰਾਸਾਂ ਚ ਵਰਣਨ ਹੋਇਆ। ਖਟ ਰਿਤੁ ਜੁਗਤ ਬਨੇ ਜੁਗੈਨ। 6 ਰੁੱਤਾਂ ਤੇ 2 ਐਨ, ਕਿਉਂਕਿ ਸੂਰਜ ਦੇ ਮੁਤਾਬਕ ਇਹ ਗ੍ਰੰਥ ਚੱਲਦਾ, ਇਸ ਕਰਕੇ ਇਹਨੂੰ ਸੂਰਜ ਪ੍ਰਕਾਸ਼ ਵੀ ਕਹਿ ਦਿੰਨੇ ਆਪਾਂ। ਤੋ ਕਹਿੰਦੇ 6 ਰੁੱਤਾਂ ਤੇ 2 ਐਨ ਹਨ। ਸ਼੍ਰੀ ਗੋਬਿੰਦ ਸਿੰਘ ਗਾਥਾ ਐਨ। 6 ਰੁੱਤਾਂ ਤੇ 2 ਐਨਾਂ ਚ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਥਾ ਹੈ। ਪਏ ਪ੍ਰਕਰਣ ਸਰਬ ਕੇ 22। ਇਦਾਂ ਕੁੱਲ ਗਿਣਤੀ ਕਰੀਏ ਤੇ 22 ਪ੍ਰਕਰਣ ਬਣਦੇ ਨੇ। 22 ਪ੍ਰਕਰਣਾਂ ਵਿੱਚ ਅੱਗੇ ਵੱਖੋ ਵੱਖਰੇ ਅਧਿਆਏ ਹਨ। 9 ਰਸ ਤੇ ਪੂਰਨ ਮਤ ਥਾਂ। 9 ਰਸਾਂ ਦੇ ਸਹਿ ਤੇ ਸੰਪੂਰਨ ਹੈ। ਸ਼੍ਰੀ ਗੁਰ ਕੀ ਗਾਥਾ ਸ਼ੁਭ ਇਹ ਗੰਗਾ। ਗੁਰੂ ਸਾਹਿਬ ਦੀ ਕਥਾ ਅੰਮ੍ਰਿਤ ਗੰਗਾ ਹੈ। ਇਹ ਚਲਦੀ ਫਿਰਦੀ ਗੰਗਾ ਹੈ। ਛੰਦੇ ਉਮੰਗ ਉਤੰਗ ਤਰੰਗਾ। ਜਿਵੇਂ ਗੰਗਾ 'ਚ ਤਰੰਗਾਂ ਹੁੰਦੀਆਂ ਨੇ, ਇਹਦੇ ਵਿੱਚ ਆ ਜਿਹੜੇ ਛੰਦ ਨੇ ਨਾ,
ਇਹ ਤਰੰਗਾਂ ਨੇ ਇਸ ਕਥਾ ਰੂਪੀ ਗੰਗਾ ਦੀਆਂ। करामात वर्णन जै का ਇਹਦੇ ਵਿੱਚ ਗੁਰੂ ਸਾਹਿਬ ਦੀਆਂ ਅਜ਼ਮਤਾਂ ਕਲਾਵਾਂ ਜਿਹੜੀਆਂ ਵਰਣਨ ਹੋਈਆਂ ਨੇ। एहो गंभीर ततारतमा ਇਸ ਕਥਾ ਰੂਪੀ ਗੰਗਾ ਦੀ ਡੂੰਘਾਈ ਹੈ, ਗੰਭੀਰਤਾ ਹੈ, ਕੋਈ ਵਿਰਲਾ ਸਮਝਦਾ ਹੈ। राम कोयर गिरवर ते निकसी ਜਿਵੇਂ ਉਹ ਗੰਗਾ ਗੰਗੋਤਰੀ ਤੋਂ ਉਤਰਦੀ ਹੈ, ਇਹ ਗੰਗਾ ਜਿਹੜੀ ਕਥਾ ਦੀ ਇਹ ਬ੍ਰਹਮ ਗਿਆਨੀ ਭਾਈ ਰਾਮ ਕੋਇਰ ਸਾਹਿਬ ਰੂਪੀ ਪਹਾੜ ਚੋਂ ਨਿਕਲੀ ਹੈ, ਜੋ ਬਾਬਾ ਬੁੱਢਾ ਸਾਹਿਬ ਦੇ ਅੰਸ਼ ਵਿੱਚੋਂ ਹਨ, सिक्कन बिके जगत में बिगसी ਜੋ ਸਾਰੇ ਸਿੱਖਾਂ ਵਿੱਚ ਜਗਤ ਵਿੱਚ ਵਿਗਸੀ ਹੈ। जोग विराग भगत अर ज्ञान ਯੋਗ ਵਿਰਾਗ ਭਗਤੀ ਦੇ ਨਾਲ ਮਿਲੀ ਹੋਈ ਹੈ। बसे चार जल जंत मान ਇਹ ਮਾਨੋ ਇਸ ਗੰਗਾ ਵਿੱਚ ਸੁੰਦਰ ਜੰਤ ਵਸਦੇ ਹਨ। जप तप संयम दान स्नान ਜਪ ਤਪ ਸੰਜਮ ਦਾਨ ਇਸ਼ਨਾਨ धीरज दया क्षमा निर्माण ਧੀਰਜ ਦਇਆ ਛਿਮਾ, ਇਹ ਸਾਰੇ ਗੁਣ ਨੇ ਇਸ ਕਥਾ ਵਿੱਚ। सत संतोख आद गुण जेते ਸਤ ਸੰਤੋਖ ਆਦਿਕ ਜਿੰਨੇ ਗੁਣ ਹਨ, लघु जल जंत वास ਇਹ करते ਮਾਨੋ ਛੋਟੇ ਜੰਤ ਨੇ ਜੋ ਇਸ ਕਥਾ ਰੂਪੀ ਗੰਗਾ ਵਿੱਚ ਹਨ। 10 गुरु दसों काट को ਹੁਣ पाए ਗੰਗਾ ਦੇ ਉੱਤੇ ਘਾਟ ਹੁੰਦੇ ਆ ਜਿੱਥੇ ਲੋਕ ਇਸ਼ਨਾਨ ਕਰਦੇ ਆ। ਕਹਿੰਦੇ ਇਸ ਕਥਾ ਰੂਪੀ ਗੰਗਾ ਦੇ ਜਿਹੜੇ 10 ਪਾਤਸ਼ਾਹੀਆਂ ਨੂੰ 10 ਘਾਟ ਨੇ। ਹਾਂਜੀ, पावन पाए लोक समुदाय ਜਿੱਥੇ ਹਜ਼ਾਰਾਂ ਲੋਕ ਇਸ਼ਨਾਨ ਕਰਕੇ ਪਵਿੱਤਰ ਹੋਏ ਇਸ ਕਥਾ ਨੂੰ ਸੁਣ ਕੇ, जन्म मरण ते आद कलेशु ਜਿਨ੍ਹਾਂ ਦੇ ਜਨਮ ਮਰਨ ਦੇ ਕਲੇਸ਼ ਕੱਟੇ ਗਏ ਨੇ। ए बड पातर के हते अशेषु ਜਿਵੇਂ ਗੰਗਾ ਪਾਪ ਕੱਟਦੀ ਹੈ, ਕਹਿੰਦੇ ਕਥਾ ਰੂਪੀ ਕਥਾ ਜਿਹੜੀ ਇਹ ਗੰਗਾ ਹੈ, ਇਹ ਜਨਮ ਮਰਨ ਦੇ ਪਾਪ ਕੱਟ ਦਿੰਦੀ ਹੈ। गुर सिख जोगी मुनि रिखी पारी ਉਸ ਗੰਗਾ ਤੇ ਵੀ ਕਹਿੰਦੇ ਰਿਸ਼ੀ ਮੁਨੀ ਰਹਿੰਦੇ ਆ। ਕਹਿੰਦੇ ਇਹ ਜਿਹੜੀ ਕਥਾ ਰੂਪੀ ਗੰਗਾ ਹੈ ਨਾ, ਇਹਦੇ ਕਿਨਾਰੇ ਤੇ ਰਹਿਣ ਵਾਲੇ ਜਿਹੜੇ ਗੁਰਸਿੱਖ ਨੇ, ਇਹੀ ਯੋਗੀ ਮੁਨੀਸ਼ਵਰ ਨੇ ਜਿਹੜੇ ਤੁਸੀਂ ਰੋਜ਼ ਕਥਾ ਸੁਣਦੇ ਹੋ। ਇਹ ਮੰਨੋ ਇਸ ਕਥਾ ਰੂਪੀ ਗੰਗਾ ਦੇ ਕਿਨਾਰੇ ਤੇ ਰਹਿਣ ਵਾਲੇ ਜਿੰਨੇ ਗੁਰਸਿੱਖ ਨੇ, ਇਹ ਰਿਸ਼ੀ ਮੁਨੀ ਤਪਸਵੀ ਨੇ। गुर महिमा गंगा तिन प्यारी ਉਹਨਾਂ ਨੂੰ ਗੁਰੂ ਦੀ ਇਹ ਮਹਿਮਾ ਦੀ ਗੰਗਾ ਬੜੀ ਪਿਆਰੀ ਹੈ। ਇਹ ਕਥਾ ਦਾ ਉਹਨਾਂ ਨੂੰ ਬੜਾ ਹੀ ਪਿਆਰ ਹੈ। पठन सुनन शुभ अर्थ विचारन ਜਿਨ੍ਹਾਂ ਅੰਦਰ ਪੜਨ ਸੁਣਨ ਤੇ ਸ਼ੁਭ ਅਰਥਾਂ ਦੀ ਵਿਚਾਰ ਕਰਨ ਦੀ ਭਾਵਨਾ ਹੈ। कबित तो सुनाई दाता को मोसो ना पेखारी दीन ਹੁਣ ਭਾਈ ਸਾਹਿਬ ਜੀ ਬੇਨਤੀ ਕਰਦੇ, ਮਹਾਰਾਜ ਤੇਰੇ, ਇਹ ਭਾਈ ਗੁਰਦਾਸ ਜੀ ਨੇ ਵੀ ਇਦਾਂ ਦਾ ਇੱਕ ਕਵਿਤ ਲਿਖਿਆ, ਥੋੜਾ ਜਿਹਾ ਫਰਕ ਨਾਲ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ। ਮਹਾਰਾਜ ਤੇਰੇ ਵਰਗਾ ਕੋਈ ਦਾਤਾ ਨਹੀਂ ਤੇ ਮੇਰੇ ਵਰਗਾ ਭਿਖਾਰੀ ਨਹੀਂ। दीन तो सोना दयाल दुखी मोर सोना लाइए ਤੇਰੇ ਵਰਗਾ ਦੁਖੀਆਂ ਤੇ ਦਇਆ ਕਰਨ ਵਾਲਾ ਕੋਈ ਨਹੀਂ ਤੇ ਮੇਰੇ ਵਰਗਾ ਦੁਖੀ ਕੋਈ ਨਹੀਂ। ਹਾਂਜੀ, मोसो नहीं कृत कान तो सो उपकारी नाए ਮੇਰੇ ਵਰਗਾ ਕਿਰਤ ਘਣ ਬੰਦਾ ਕੋਈ ਨਹੀਂ ਤੇ ਤੇਰੇ ਵਰਗਾ ਕਿਰਤ ਘਣਾ ਤੇ ਵੀ ਪਰਉਪਕਾਰ ਕਰਨ ਵਾਲਾ ਕੋਈ ਨਹੀਂ। मोसो ना अनाथ नाथ तो सो ना बताइए ਮੇਰੇ ਵਰਗਾ ਅਨਾਥ ਕੋਈ ਨਹੀਂ ਤੇ ਮਹਾਰਾਜ ਤੁਹਾਡੇ ਵਰਗਾ ਜਗਤਨਾਥ ਕੋਈ ਨਹੀਂ। ओगनी ना मोसो को गुणवान तो सो नहीं ਮੇਰੇ ਵਰਗਾ ਔਗਣਿਆਰਾ ਨਹੀਂ ਕੋਈ ਤੇ ਤੁਹਾਡੇ ਵਰਗਾ ਗੁਣਵਾਨ ਕੋਈ ਨਹੀਂ। जप तप व्रत मोको एक नहीं पाइए ਮਹਾਰਾਜ ਮੇਰੇ 'ਚ ਨਾ ਕੋਈ ਜਪ ਹੈ, ਨਾ ਕੋਈ ਤਪ ਹੈ, ਨਾ ਕੋਈ ਵਰਤ ਹੈ। कवि आयो है शरण गहे ताए के चरण ਮਹਾਰਾਜ ਜੀ ਮੈਂ ਤੁਹਾਡੀ ਸ਼ਰਨ ਆਇਆ ਹਾਂ, ਭੱਜ ਕੇ ਮਾਂ ਕਵੀ ਜੀ ਕਹਿੰਦੇ ਤੁਹਾਡੀ ਸ਼ਰਨ 'ਚ ਆਇਆ ਹਾਂ। गुर तारन तरन निज हाथ दे बचाइए ਇਹ ਤਾਰਨ ਤਰਨ ਸੁਆਮੀ ਜੀ ਮੈਨੂੰ ਆਪਣਾ ਹੱਥ ਦੇ ਕੇ ਬਚਾ ਲੋ, ਰੱਖ ਲੋ। दोहरा शून शून ग्रह आत्मा ਸਤਿਗੁਰ ਮਮ ਬੇਰੀ ਕਟੋ ਦੋਰਾ। दोहरा सतगुर मम बेरी कटो निज बेरी परचार ਇਸ ਕਥਾ ਨੂੰ ਲਿਖਣ ਤੋਂ ਬਾਅਦ ਗੁਰੂ ਸਾਹਿਬ ਜੀ ਕੋਲੋਂ ਵਰ ਮੰਗਦੇ ਆ ਭਾਈ ਸਾਹਿਬ, हे ਸਤਿਗੁਰੂ ਮੇਰੀਆਂ ਬੇੜੀਆਂ ਕੱਟ ਦਿਓ, ਆਪਣੇ ਨਾਮ ਦੀ ਬੇੜੀ ਤੇ ਮੈਨੂੰ ਚਾੜ ਲਓ। ਹਾਂਜੀ, ए बेरी ओए भव सफल बिन बेरी कर पार ਇਸ ਵਾਰੀ ਮੇਰਾ ਜਨਮ ਸਫਲ ਹੋ ਜਾਏ, ਮੈਨੂੰ ਬਿਨਾਂ ਦੇਰੀ ਤੋਂ ਪਾਰ ਉਤਾਰ ਦਿਓ। दोहरा शून शून ग्रह आत्मा सम्मत आद पछान ਹੁਣ ਕਿਹੜੇ ਸੰਮਤ 'ਚ ਲਿਖੀ ਹੈ? ਸ਼ੂਨ ਸ਼ੂਨ, ਯਾਨੀ ਕਿ 2 ਜ਼ੀਰੋਆਂ। ਗ੍ਰਹਿ ਕਿੰਨੇ ਹੁੰਦੇ ਨੇ? 9। ਆਤਮਾ 1, ਯਾਨੀ ਕਿ 1900 ਸੰਮਤ ਬਿਕਰਮੀ ਵਿੱਚ ਇਹ ਕਥਾ ਲਿਖੀ ਹੈ। मधु मास शत्रुन कर
ਪਾਉਤ ਪਾਤਮਾਨ। ਕੈਂਥਲ ਵਿੱਚ ਇੱਕ ਵਾਰੀ ਲੁੱਟ ਮਚੀ ਸੀ। ਚੇਤਰ ਦਾ ਮਹੀਨਾ, ਮਧੂ ਕਹਿੰਦੇ ਚੇਤਰ ਦੇ ਮਹੀਨੇ ਵਿੱਚ ਬੜਾ ਉਤਪਾਤ ਹੋਇਆ ਕੈਂਥਲ ਵਿੱਚ, ਜਿਨ੍ਹਾਂ ਦਿਨਾਂ 'ਚ ਭਾਈ ਸਾਹਿਬ ਇਹ ਕਥਾ ਪੂਰਨ ਕਰ ਰਹੇ ਸੀ। ਪਰੀ ਲੂਟ ਕਪਿਥਲ ਵਿਖੇ ਮਿਲੇ ਚੋਰ ਬਟ ਪਾਰ। ਕਹਿੰਦੇ ਕਪੀ ਥਲ ਦਾ ਮਤਲਬ ਕੈਂਥਲ ਦੇ ਵਿੱਚ ਲੁੱਟ ਮਚੀ, ਬਹੁਤ ਸਾਰੇ ਲੁਟੇਰਿਆਂ ਨੇ ਆ ਕੇ ਹਮਲਾ ਕੀਤਾ। ਆਪ ਕੋ ਭਜ ਚਲੇ ਤਜਪੁਰ ਸਭ ਇੱਕ ਬਾਰ। ਸਾਰੇ ਇੱਕ ਵਾਰੀ ਕੈਂਥਲ ਛੱਡ ਕੇ ਆਪਣੇ ਘਰ ਛੱਡ ਕੇ ਭੱਜ ਗਏ। ਸਿੰਘ ਫਿਰੰਗੀ ਗਏ ਲਏ ਕੈਦ ਕਰੇ ਵਤ ਛੀਨ। ਜਿਹੜੇ ਅੰਗਰੇਜ਼ ਸੀ ਉਹਨਾਂ ਨੇ ਕੈਂਥਲ ਤੇ ਕਬਜ਼ਾ ਕਰ ਲਿਆ ਤੇ ਸਿੰਘ ਵੀ ਪਕੜ ਲਏ। ਸੰਤਨ ਕੇ ਅਸਥਾਨ ਪੀ ਲੂਟ ਲੂਟ ਪੈ ਦੀ। ਜਿਹੜੇ ਮਹਾਂਪੁਰਸ਼ਾਂ ਦੇ ਸਥਾਨ ਸੀ ਉਹ ਵੀ ਇਹਨਾਂ ਨੇ ਲੁੱਟ ਲਏ। ਅਸ ਅਪਦਾ ਕੇ ਦਿਨਨ ਮੈਂ ਸਤਗੁਰ ਪਏ ਸਾਏ। ਭਾਈ ਸਾਹਿਬ ਕਹਿੰਦੇ ਇਹੋ ਜੀ ਆਪਦਾ ਦੇ ਦਿਨਾਂ ਵਿੱਚ ਗੁਰੂ ਸਾਹਿਬ ਨੇ ਮੇਰੀ ਸਹਾਇਤਾ ਕੀਤੀ। ਪਇਓ ਨ ਬੰਕੋ ਬਾਰ ਪੀ ਦੈ ਦੈ ਹਾਥ ਬਚਾਏ। ਮੇਰਾ ਵਾਲ ਵੀ ਵਿੰਗਾ ਨਹੀਂ ਹੋਇਆ, ਪਰਮੇਸ਼ਰ ਨੇ ਮੈਨੂੰ ਹੱਥ ਦੇ ਕੇ ਬਚਾ ਲਿਆ। ਚੌਂ ਦਿਸ਼ ਆਪਨ ਬਿਰਾਨ ਨਰ ਦੁਸ਼ਮਨ ਪੇ ਤਿਸ ਕਾਲ। ਕਹਿੰਦੇ ਚਾਰੇ ਪਾਸੇ ਆਪਣੇ ਬਗਾਨੇ ਨਰ ਸਾਰੇ ਹੀ ਦੁਸ਼ਮਣ ਹੋ ਗਏ ਸਨ। ਮਮ ਰੱਛਾ ਸਤਗੁਰ ਕਰੀ ਸਭ ਮੈਂ ਬਿਦਤੀ ਅਵਾਲ। ਕਹਿੰਦੇ ਮੇਰੀ ਰੱਖਿਆ ਪਰਮੇਸ਼ਰ ਨੇ ਕੀਤੀ, ਇਹ ਗੱਲ ਪ੍ਰਗਟ ਸਾਰਿਆਂ ਵਿੱਚ। ਸਭ ਮੈਂ ਸਾਵਨ ਮੈਂ ਇਸ ਗ੍ਰੰਥ ਕੀ ਭਾਈ ਸਮਾਪਤੀ ਆਏ। ਭਾਈ ਸਾਹਿਬ ਜੀ ਕਹਿੰਦੇ ਸਾਵਣ ਦੇ ਮਹੀਨੇ ਚ 1900 ਸੰਮਤ ਬਿਕਰਮੀ ਚ ਸਾਵਣ ਦੇ ਮਹੀਨੇ ਵਿੱਚ ਕਥਾ ਸਮਾਪਤ ਹੋਈ। ਬਿਗਨ ਬ੍ਰਿੰਦ ਤੇ ਬਚ ਰਹੇ ਸ਼੍ਰੀ ਕਰਤਾਰ ਸਾਏ। ਅਨੇਕਾਂ ਬਿਗਨਾਂ ਤੋਂ ਮੈਂ ਬਚ ਰਿਹਾ, ਕਰਤਾਰ ਨੇ ਮੇਰੀ ਸਹਾਇਤਾ ਕੀਤੀ। ਦਾਸ ਜਾਨ ਕਰੇ ਆਪਨੋ ਜੁਗ ਲੋਕਨ ਸੁਖ ਦੇਨ। ਆਪਣਾ ਦਾਸ ਜਾਣ ਕੇ ਸਤਿਗੁਰਾਂ ਨੇ ਮੈਨੂੰ ਦੋਹਾਂ ਜਹਾਨਾਂ ਦਾ ਸੁਖ ਦਿੱਤਾ। ਰਾਖੇ ਦੇ ਕਰ ਹਾਥ ਗੁਰ ਭਾਈ ਕੁਸ਼ਲ ਸਭ ਚੈਨ। ਗੁਰੂ ਸਾਹਿਬ ਨੇ ਆਪਣਾ ਹੱਥ ਦੇ ਕੇ ਮੈਨੂੰ ਰੱਖ ਲਿਆ ਔਰ ਸਰਬ ਥਾਵਾਂ ਤੇ ਮੇਰੀ ਕੁਸ਼ਲਤਾ ਹੋਈ, ਸੁਖ ਹੋਇਆ। ਇੱਥੇ ਕਥਾ ਦੀ ਸਮਾਪਤੀ ਹੈ ਜੀ। ਸਾਰੀਆਂ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਕਥਾ ਦੀ ਸਮਾਪਤੀ ਦੀਆਂ ਲੱਖ ਲੱਖ ਵਧਾਈਆਂ ਹਨ। ਸਮਾਪਤੀ ਦਾ ਮਤਲਬ ਇਹ ਨਹੀਂ ਵੀ ਸੰਪੰਨ ਹੋ ਗਈ, ਇਹ ਸ਼ੁਕਰਾਨਾ ਹੈ ਗੁਰੂ ਸਾਹਿਬ ਦਾ। ਇਹ ਤਾਂ ਚਲਦੀ ਰਹਿਣੀ ਹੈ। ਗੁਰੂ ਸਾਹਿਬ ਦੇ ਇਤਿਹਾਸ ਦੀ ਕਥਾ ਤਾਂ ਬਾਰੰਬਾਰ ਸਤਿਗੁਰਾਂ ਦੀ ਸੋਭਾ ਜਦੋਂ ਤੱਕ ਸੰਸਾਰ ਰਹੇਗਾ ਉਦੋਂ ਤੱਕ ਉਜਾਗਰ ਰਹੇਗੀ। ਗੁਰੂ ਪਾਤਸ਼ਾਹ ਜੀ ਦੀਆਂ ਵਡਿਆਈਆਂ, ਮਹਾਰਾਜ ਜੀ ਦੀਆਂ ਸਿਫਤਾਂ ਕਥਨ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ, ਆਪ ਜੀ ਨੇ ਖਿਮਾ ਕਰ ਦੇਣੀਆਂ। ਜਿੰਨੀਆਂ ਵੀ ਸੰਗਤਾਂ ਗੁਰੂ ਪਾਤਸ਼ਾਹ ਦੇ ਪਾਵਨ ਦਰਬਾਰਾਂ ਦੀਆਂ ਹਾਜ਼ਰੀਆਂ ਭਰ ਰਹੀਆਂ ਨੇ, ਸਾਰੀਆਂ ਸੰਗਤਾਂ ਦੇ ਚਰਨਾਂ ਤੇ ਬਾਰੰਬਾਰ ਨਮਸਕਾਰ ਹੈ, ਜੋ ਸਾਡੀ ਪ੍ਰਬੰਧਕਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਆਪ ਜੀ ਨੇ ਹਾਜ਼ਰੀਆਂ ਭਰੀਆਂ। ਸਭ ਦਾ ਧੰਨਵਾਦ ਹੈ, ਸਭ ਨੂੰ ਜੀਉ ਆਇਆ ਹੈ। ਇਸ ਸਮਾਗਮ ਦੇ ਦੌਰਾਨ, ਕਥਾ ਦੇ ਦੌਰਾਨ, ਜਿੱਥੇ ਦਾਸ ਦੀ ਵਿੱਚ ਕਿਤੇ ਗੈਰ ਹਾਜ਼ਰੀ ਹੁੰਦੀ ਸੀ, ਸਿੰਘ ਸਾਹਿਬ ਗਿਆਨੀ ਪ੍ਰਨਾਮ ਸਿੰਘ ਜੀ ਹੈਡ ਗ੍ਰੰਥੀ ਸਾਹਿਬ ਉਹ ਕਥਾ ਦੀ ਹਾਜ਼ਰੀ ਭਰਦੇ ਰਹੇ ਨੇ। ਗਿਆਨੀ ਭੁਪਿੰਦਰਪਾਲ ਸਿੰਘ ਜੀ ਜੋ ਦਾਸ ਦੇ ਗੁਰ ਭਾਈ ਹਨ, ਉਹ ਕਥਾ ਦੀ ਹਾਜ਼ਰੀ ਭਰਦੇ ਰਹੇ ਨੇ। ਉਹ ਵੀ ਸੰਗਤ ਵਿੱਚ ਹਾਜ਼ਰ ਨੇ, ਉਹਨਾਂ ਦਾ ਧੰਨਵਾਦ। ਨਾਲ ਪੋਥੀ ਪੜ੍ਹਾਉਣ ਦੀ ਸੇਵਾ ਭਾਈ ਮਨਜੀਤ ਸਿੰਘ ਜੀ ਨੇ ਲੰਮੇ ਸਮੇਂ ਤੋਂ ਕੀਤੀ ਹੈ। ਔਰ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ ਸਾਬਕਾ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਸੰਗਤ ਵਿੱਚ ਹਾਜ਼ਰੀਆਂ ਭਰ ਰਹੇ ਨੇ। ਸਾਬਕਾ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਸੁਖਦੇਵ ਸਿੰਘ ਜੀ ਹਾਜ਼ਰੀਆਂ ਭਰ ਰਹੇ ਨੇ। ਐਗਜ਼ੈਕਟਿਵ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਭਾਈ ਸਾਹਿਬ ਭਾਈ ਸਤਵਿੰਦਰ ਸਿੰਘ ਜੀ ਟੌੜਾ ਸਾਹਿਬ, ਜੋ ਬੜੇ ਗੁਰਮੁਖਤਾਈ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗ ਕੇ ਸਤਿਗੁਰਾਂ ਦੀ ਬਾਣੀ ਦੇ ਪ੍ਰਚਾਰ ਪ੍ਰਸਾਰ ਦੀ ਸੇਵਾ ਨਿਭਾ ਰਹੇ ਨੇ, ਉਹਨਾਂ ਦਾ ਵੱਡਾ ਭਾਰੀ ਸਹਿਯੋਗ ਦਾਸ ਨੂੰ ਰਹਿੰਦਾ ਹੈ। ਉਹ ਵੀ ਸੰਗਤ ਵਿੱਚ ਹਾਜ਼ਰੀਆਂ ਭਰ ਰਹੇ ਨੇ। ਪਟਿਆਲੇ ਸ਼ਹਿਰ ਦੇ ਮੈਂਬਰ ਸਾਹਿਬ
ਭਾਈ ਸਾਹਿਬ ਭਾਈ ਸਵਿੰਦਰਪਾਲ ਸਿੰਘ ਜੀ ਸੱਭਰਵਾਲ ਸਾਹਿਬ ਸਵਿੰਦਰ ਸਿੰਘ ਜੀ, ਜਿਹੜੇ ਪੋਥੀ ਪੜ੍ਹਾਉਣ ਦੀ ਸੇਵਾ ਵੀ ਬਹੁਤ ਲੰਮਾ ਸਮਾਂ, ਜਿਨ੍ਹਾਂ ਨੇ ਤਕਰੀਬਨ 50 ਸਾਲ ਤੋਂ ਵੱਧ ਸਮਾਂ ਪੋਥੀ ਪੜ੍ਹਾਉਣ ਦੀ ਸੇਵਾ ਕੀਤੀ ਹੈ, ਉਹ ਵੀ ਹਾਜ਼ਰੀਆਂ ਭਰ ਰਹੇ ਨੇ। ਇਸੇ ਤਰ੍ਹਾਂ ਨਾਨਕਸਰ ਸਾਹਿਬ ਤੋਂ ਮਹਾਂਪੁਰਸ਼ ਸੰਤ ਬਾਬਾ ਸੇਵਾ ਸਿੰਘ ਜੀ, ਸੰਤ ਬਾਬਾ ਗੁਰਚਰਨ ਸਿੰਘ ਜੀ ਹਾਜ਼ਰੀਆਂ ਭਰ ਰਹੇ ਨੇ। ਸੰਤ ਬਾਬਾ ਹਰਚਰਨ ਸਿੰਘ ਜੀ ਨਾਨਕਸਰ ਕੁਟੀਆ ਤੋਂ ਹਾਜ਼ਰੀਆਂ ਭਰ ਰਹੇ ਹਨ। ਇਸੇ ਤਰ੍ਹਾਂ ਸੰਤ ਬਾਬਾ ਕਰਮਵੀਰ ਸਿੰਘ ਜੀ ਬੇਦੀ ਸਾਹਿਬ ਵੀ ਸੰਗਤ ਵਿੱਚ ਹਾਜ਼ਰੀ ਭਰ ਰਹੇ ਨੇ। ਇਸ ਸਥਾਨ ਤੇ ਬੜੇ ਪਿਆਰ ਨਾਲ ਬਹੁਤ ਸੋਹਣੇ ਢੰਗ ਨਾਲ ਸੇਵਾ ਨਿਭਾ ਰਹੇ ਮੈਨੇਜਰ ਸਾਹਿਬ ਸਰਦਾਰ ਕਰਨੈਲ ਸਿੰਘ ਜੀ ਨਾਭਾ, ਐਡੀਸ਼ਨਲ ਮੈਨੇਜਰ ਸਾਹਿਬ ਭਾਈ ਕਰਨੈਲ ਸਿੰਘ ਜੀ, ਇਸੇ ਤਰ੍ਹਾਂ ਅਕਾਊਂਟੈਂਟ ਸਾਹਿਬ ਭਾਈ ਅਮਰਪਾਲ ਸਿੰਘ ਜੀ, ਇਹ ਸਾਰੇ ਪ੍ਰਬੰਧਕ ਵੀਰ ਬਹੁਤ ਹੀ ਸੁਚੱਜੇ ਢੰਗ ਨਾਲ ਸਤਿਗੁਰਾਂ ਦੀ ਸੇਵਾ ਸੰਭਾਲ ਕਰ ਰਹੇ, ਪ੍ਰਬੰਧ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਸਾਰੇ ਸੰਗਤ ਵਿੱਚ ਹਾਜ਼ਰੀਆਂ ਲਵਾ ਰਹੇ। ਜਿੰਨੀਆਂ ਸੰਗਤਾਂ ਜਿੰਨੇ ਮਹਾਂਪੁਰਸ਼ ਆਏ ਨੇ ਸਭ ਦਾ ਸਨਮਾਨ ਅਰਦਾਸ ਤੋਂ ਬਾਅਦ ਸਿੰਘ ਸਾਹਿਬ ਗਿਆਨੀ ਪ੍ਰਨਾਮ ਸਿੰਘ ਹੋਣੀ ਨਾਂ ਲੈਣਗੇ ਕੀਤਾ ਜਾਏਗਾ। ਤੋ ਜਿਨ੍ਹਾਂ ਦੇ ਨਾਂ ਨਹੀਂ ਵੀ ਲਏ ਗਏ ਸਾਰੀਆਂ ਸੰਗਤਾਂ ਦਾ ਭਾਈ ਧੰਨਵਾਦ। ਰੋਮ ਰੋਮ ਕਰਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਦਸੋਂ ਪਾਤਸ਼ਾਹੀਆਂ ਦਾ ਲੱਖ ਲੱਖ ਸ਼ੁਕਰ ਹੈ, ਗੁਰਦੇਵ ਦਾ ਲੱਖ ਲੱਖ ਸ਼ੁਕਰ ਹੈ, ਜਿਨ੍ਹਾਂ ਦੀ ਦਇਆ ਮਾਇਆ ਦੇ ਨਾਲ ਸਤਿਗੁਰਾਂ ਦਾ ਆਪਾਂ ਜਸ ਗਾਵਿਆ ਸੁਣਿਆ। ਦਾਸ ਦੇ ਵਿਦਿਆ ਦਾਤੇ ਸਿੰਘ ਸਾਹਿਬ ਗਿਆਨੀ ਸ਼ੇਰ ਸਿੰਘ ਜੀ, ਉਹਨਾਂ ਵੱਲੋਂ ਵੀ ਉਹਨਾਂ ਦੇ ਸਪੁੱਤਰ ਗਿਆਨੀ ਹਰਸਿਮਰਨ ਸਿੰਘ ਜੀ ਹਾਜ਼ਰੀਆਂ ਭਰ ਰਹੇ ਨੇ, ਔਰ ਗਿਆਨੀ ਜੀ ਨੇ ਵੀ ਅਸ਼ੀਰਵਾਦਾਂ ਭੇਜੀਆਂ ਹਨ। ਉਹਨਾਂ ਦੇ ਵੱਡੇ ਪਰਉਪਕਾਰ ਸਦਕਾ ਹੀ ਇਹ ਵਿਦਿਆ ਗੁਰੂ ਸਾਹਿਬ ਦੀ ਦਇਆ ਦੇ ਨਾਲ ਸਾਨੂੰ ਪ੍ਰਾਪਤ ਹੋਈ ਹੈ। ਉਹਨਾਂ ਦੀ ਵੀ ਹਾਜ਼ਰੀ, ਕਿਉਂਕਿ ਉਹ ਆਪ ਉਹ ਵਿਦੇਸ਼ਾਂ 'ਚ ਪ੍ਰਚਾਰ ਕਰ ਰਹੇ ਨੇ। ਸਭ ਦਾ ਧੰਨਵਾਦ। ਹੁਣ ਆਨੰਦ ਸਾਹਿਬ ਜੀ ਦੇ ਪਾਠ ਹੋਣਗੇ, ਸਮਾਪਤੀ ਦਾ ਮੰਗਲ ਕਰਕੇ ਉਪਰੰਤ ਅਰਦਾਸ ਬੇਨਤੀ ਕਰਕੇ ਪ੍ਰਾਚੀਨ ਪੰਥ ਪ੍ਰਕਾਸ਼। ਇਹ ਉਹ ਕਥਾ ਹੈ ਗੁਰੂ ਖਾਲਸਾ ਜੀ, ਜਿਹੜਾ ਆਪਾਂ ਅਰਦਾਸ ਵਿੱਚ ਹੁਣ ਜੁੜਨਾ ਨਾ, ਜਦੋਂ ਕਹਿਆ ਜਾਣਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲਵਾਈਆਂ। ਉਹ ਕੌਣ ਸਨ ਖੋਪਰੀਆਂ ਲਵਾਉਣ ਵਾਲੇ? ਉਹ ਬੰਦ ਬੰਦ ਕਟਾਉਣ ਵਾਲੇ ਕਿਹੜੇ ਮਹਾਂਪੁਰਸ਼ ਨੇ? ਜਿਨ੍ਹਾਂ ਨੂੰ ਚਰਖੜੀਆਂ ਤੇ ਚਾੜਿਆ ਗਿਆ ਉਹ ਕਿਹੜੇ ਨੇ? ਜਿਨ੍ਹਾਂ ਨੂੰ ਮੀਰ ਮੰਨੂ ਦੀ ਜੇਲ੍ਹਾਂ ਵਿੱਚ ਸਵਾ ਮਣ ਪੀਸਣੇ ਪਏ ਨੇ, ਉਹ ਕੌਣ ਨੇ? ਉਹਨਾਂ ਦੀ ਇਹ ਕਥਾ ਹੈ ਪੰਥ ਪ੍ਰਕਾਸ਼। ਇਹ ਸਿੱਖ ਇਤਿਹਾਸ ਹੈ, ਸਭ ਤੋਂ ਪੁਰਾਤਨ ਗ੍ਰੰਥ ਸਿੱਖ ਇਤਿਹਾਸ ਦਾ ਪਹਿਲਾ ਗ੍ਰੰਥ ਉਹ ਪ੍ਰਾਚੀਨ ਪੰਥ ਪ੍ਰਕਾਸ਼ ਹੈ। ਇਹਦੀ ਕਥਾ ਗੁਰੂ ਸਾਹਿਬ ਦੀ ਕਿਰਪਾ ਨਾਲ ਅਰਦਾਸ ਬੇਨਤੀ ਕਰਕੇ ਪ੍ਰਾਰੰਭ ਕਰਾਂਗੇ। ਇਸੇ ਤਰ੍ਹਾਂ ਪ੍ਰੇਮ ਪਿਆਰ ਸਹਿਤ ਆਪ ਜੀ ਨੇ ਹਾਜ਼ਰੀ ਭਰਨੀ ਹੈ। ਸਭ ਦਾ ਧੰਨਵਾਦ। ਸਮਾਪਤੀ ਦਾ ਮੰਗਲ ਪੜ੍ਹ ਕੇ ਸਮਾਪਤੀ ਕਰੀਏ ਜੀ। ਹੇ ਅਚੁੱਤ ਹੈ ਪਾਰ ਬ੍ਰਹਮ, हे पूरन हे सर्ब मैं, दुख पंजन गुण तास, हे संगी हे निरंकार, हे निर्गुण सब टेक, हे गोविंद हे गुण निधान, जाके सदा बबेक, हे अपरंपर हर हरे, हे पियो अनहार, हे संतह कै सदा संग, दारा आधार, हे ठाकुर हो दासरो, मैं निर्गुण गुण नहीं कोई, नानक दीजा नाम दान, कोई है परो, आए प्रभ शरणागति, कृपा निध दयाल, एक अखर हर मन बस्त, नानक होत निहाल, वाहिगुरु नाम जहाज है, चढ़े सो तेरे पार, जो शरदा कर सेवंदे, गुर पार उतार निहार, वाहिगुरु नाम जहाज है, चढ़े सो तेरे पार, जो शरदा कर सेवंदे, गुर पार उतार निहार। वाहिगुरु जी का खालसा, वाहिगुरु जी की फतेह। राम कली महला तीजा। आनंद को ओंकार सतगुर प्रसाद। आनंद भया मेरी माए, सतगुरु मैं पाया। सतगुर ता पाया सहज सेती, मन वजियां वादाइयां। राग रतन परवार परियां, शब्द गावण आईयां। शब्दो ता गावो हरि केरा, मन जिनी वसाया। कह नानक आनंद होआ, सतगुरु मैं पाया। ए मन मेरे तू सदा रहो हर नाले, हर नाल
ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ। ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕਰ ਸਾਤ ਸੁਖ ਮਨ ਆਏ ਬਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟੋਂ ਜਿਸ ਦੀਆਂ ਏ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕੱਲਾ ਜਿਤ ਕਰ ਤਾਰਿਆ। ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ। ਦੁਖ ਰੋਗ ਸੰਤਾਪ ਉਤਰੇ ਸੋਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੁਰੇ ਸਲੋਕ। ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ। ਦਿਵਸ ਰਾਤ ਦੋਇ ਦਾਈ ਦਾਇਆ ਖੇਲਾ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਅਧੂਰ। ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਠਾਕੁਰ ਤੁਮ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ। तुम मात पिता हम बारिक तेरे। तुमरे कृपा मह सुख कोई न जान। तुमरा अंत उचत ऊंचा। सगल समग्री तुमरा सूत्र तारी। तुम ते होए सो तुमरे गत मित तुम है जानी। नानक दास बालाज वाहिगुरु। एक ओंकार वाहिगुरु जी की फतेह। श्री भगवती जी सहाय। वार श्री भगवती जी की पातशाही 10वें प्रथम भगवती सिमर कै गुरु नानक लाइन ते आए। फिर अंगद गुर ते अमरदास रामदास हुई सहाय। अर्जन हर गोबिंद नाम सुमराओ। श्री हर राय श्री हर कृष्ण ते आइए। जिस डिठ सब दुख जाए। तेग बहादुर सिमरिया करू नाउ निध आवताई। सब थाई होए सहाय। 10वें पातशाह श्री गुरु गोबिंद सिंह साहिब जी सब थाई होए सहाय। 10 पातशाहियां दी जोत श्री गुरु ग्रंथ साहिब जी दे पाठ दीदार दा ध्यान के बोलो जी। पंजा प्यारिया चाहां साहिबजादियां 40 मुक्तियां हठियां जपियां तपियां। जिन्ना नाम जपिया वंड छकिया
ਦੇਖ ਚਲਾਏ ਤੇਗ ਵਾਹੇ, ਦੇਖ ਕੇ ਅੰਡਠ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ, ਧਿਆਨ ਧਰ ਕੇ ਖਾਲਸਾ ਜੀ ਭਲਾ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ, ਚਰ ਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖ ਕੇਸਾਂ ਸੁਆਸਾਂ ਸੰਗ ਨੇ ਬਾਹੇ, ਤਿਨਾਂ ਦੇ ਕਮਾਈ ਦਾ, ਧਿਆਨ ਧਰ ਕੇ ਖਾਲਸਾ ਜੀ ਭਲਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ, ਧਿਆਨ ਧਰ ਕੇ ਭਲਾ ਜੀ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤ ਆਮਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੇ ਜੇਤ, ਸ੍ਰੀ ਸਾਹਿਬ ਜੀ ਸਹਾਇ ਗੁਰੂ ਖਾਲਸਾ ਜੀ ਕੇ ਬੋਲ ਬਾਲੇ ਭਲਾ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵੇਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ, ਧਰਮ ਕਾ ਜੈਕਾਰ ਭਲਾ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੇ ਮਤ ਪਤ ਦਾ ਰੱਖਿਆ ਆਪ ਵਾਹਿਗੁਰੂ, ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਆ। ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ, ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਲ ਦਾ ਦਿਨ ਖਾਲਸਾ ਜੀ ਨੂੰ ਬਖਸ਼। ਏ ਨਿਮਾਨਿਆਂ ਦੇ ਮਾਨ, ਨੇਤਾਨਿਆਂ ਦੇ ਤਾਨ, ਨਿਓਟਿਆਂ ਦੀ ਓਟ, ਸਤਿਗੁਰ ਸੱਚੇ ਪਾਤਸ਼ਾਹ ਜੀ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ, ਅਕਾਲ ਪੁਰਖ ਦਾਤਾਰ ਪਿਤਾ ਵਾਹਿਗੁਰੂ ਜੀ। ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ, ਸਭ ਤੇ ਉਤਮ ਹਰ ਕੀ ਕਥਾ, ਸਤਿਗੁਰੂ ਦੀਨ ਦਿਆਲ ਪਾਤਸ਼ਾਹ ਜੀ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਦੁਖ ਨਿਵਾਰਨ ਸਾਹਿਬ ਵਿਖੇ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ, ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪ੍ਰਾਤਨ ਮਰਿਆਦਾ ਦੇ ਮੁਤਾਬਕ ਸਤਿਗੁਰੂ ਪਾਤਸ਼ਾਹ ਜੀ ਸੰਧਿਆ ਸਮਦੇ ਦੀਵਾਨਾਂ ਵਿੱਚ ਸਤਿਗੁਰੂ ਜੀ ਚੂੜਾਮਣੀ ਕਵੇ ਕਵੇ ਭਾਈ ਸੰਤੋਖ ਸਿੰਘ ਜੀ ਦੇ ਰਚਿਤ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਥਾ ਤਕਰੀਬਨ 5 ਸਾਲ ਤੋਂ ਪਹਿਲਾਂ ਪ੍ਰਾਰੰਭ ਹੋਏ। ਪਾਤਸ਼ਾਹ ਜੀ ਆਪ ਜੀ ਦੀ ਬਖਸ਼ਿਸ਼ ਰਹਿਮਤ ਹੋਏ, ਸਤਿਗੁਰੂ ਜੀ ਆਪ ਜੀ ਦੀ ਅਪਾਰ ਕਿਰਪਾ ਦਾ ਸਦਕਾ ਅੱਜ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਗੁਰ ਇਤਿਹਾਸ ਪਾਤਸ਼ਾਹ ਜੀ ਉਹ ਕਥਾ ਦੀ ਨਿਰਵਿਘਨਤਾ ਸਹਿਤ ਸਮਾਪਤੇ ਹੋਏ ਹੈ ਜੇ। ਸਤਿਗੁਰੂ ਜੀ ਉਹ ਪਾਠੀ ਸਿੰਘ ਪਾਸੋਂ ਕਥਾ ਦਾ ਪਾਠ ਕਰਦੇ ਆ, ਪਾਤਸ਼ਾਹ ਜੀ ਆਪ ਜੀ ਦੇ ਸੇਵਕਾਂ ਪਾਸੋਂ ਕਥਾ ਦੀ ਵਿਚਾਰ ਕਰਦੇ ਆ। ਹੋਈਆਂ ਬੇਅੰਤ ਭੁੱਲਾਂ ਦੇ ਖਿਮਾ ਕਰਨੇ, ਅੱਗੇ ਤੋਂ ਰਹਿਮਤ ਕਰਨੇ, ਕਿਰਪਾ ਕਰਨੀ, ਆਪਣਾ ਮਿਹਰ ਪ੍ਰਿਆ ਹੱਥ ਸਿਰ ਤੇ ਰੱਖਣਾ। ਪਾਤਸ਼ਾਹ ਜੀ ਉਹ ਮਿਹਰ ਪ੍ਰਿਆ ਹੱਥ ਸਿਰ ਤੇ ਰੱਖਦਿਆਂ ਤੰਦਰੁਸਤੀ ਬਖਸ਼ਦਿਆਂ ਪਾਵਨ ਪਵਿੱਤਰ ਸੇਵਾਵਾਂ ਕਰਵਾਉਣੀਆਂ। ਪਾਤਸ਼ਾਹ ਜੀ ਆਓ ਇਹ ਸੂਰਜ ਪ੍ਰਕਾਸ਼ ਗ੍ਰੰਥ ਪਾਤਸ਼ਾਹ ਜੀ ਉਹ ਕਥਾ ਦੇ ਵਿਚਾਰ ਪਾਤਸ਼ਾਹ ਸਮੁੱਚੀਆਂ ਸੰਗਤਾਂ ਦੱਸ ਰਿਆਂ ਸੇਵਕਾਂ ਦੇ ਹਿਰਦਿਆਂ ਵਿਖੇ ਵਸਾਉਣੇ। ਪਾਤਸ਼ਾਹ ਜੀ ਉਹ ਰਹਿਮਤ ਕਰਨੇ, ਦਸੇ ਸਿੱਖਿਆ ਦੇ ਅਨੁਸਾਰ ਚੱਲਣ ਦੇ ਬਲ ਬੁੱਧ ਸੁਮਤ ਪ੍ਰਦਾਨ ਕਰਨੇ, ਪੰਥ ਦੇ ਸਦਾ ਚੜ੍ਹਦੇ ਕਲਾ ਕਰਨੇ। ਪਾਤਸ਼ਾਹ ਜੀ ਆਓ
ਸਤਿਗੁਰੂ ਜੀ ਅੱਜ ਆਪ ਜੀ ਦੀ ਹਜ਼ੂਰੀ ਅੰਦਰ ਸ਼੍ਰੀ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਪ੍ਰਾਰੰਭ ਹੋਣ ਜਾ ਰਹੀ ਹੈ। ਆਪ ਜੀ ਕਿਰਪਾ ਕਰੋ, ਰਹਿਮਤ ਕਰੋ। ਸ਼੍ਰੀ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਪ੍ਰਾਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ। ਆਪਣੇ ਸੇਵਕਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕਰਕੇ ਆਪ ਜੀ ਨੇ ਪਾਤਸ਼ਾਹ ਜੀ ਉਹ ਕਥਾ ਵਿਚਾਰਾਂ ਕਰਵਾਉਣੀ ਹੈ। ਪੋਥੀ ਦੇ ਪਾਠ ਕਰਨ ਦੇ ਬਲ ਵਰਦਾਨ ਕਰਨੇ, ਸ਼ੁੱਧ ਉਚਾਰਨ ਬਖਸ਼ਿਸ਼ ਕਰਨੇ ਪਾਤਸ਼ਾਹ ਜੀ ਆ। ਸਤਿਗੁਰੂ ਜੀਓ ਅੱਜ ਦੇ ਸਮਾਪਤੀ ਸਮੇਂ ਬੇਅੰਤ ਸੰਗਤਾਂ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀਆਂ ਹਨ। ਜਥਾ ਸ਼ਕਤ ਭੇਟਾਵਾਂ ਅਰਪਣ ਕਰ ਰਹੀਆਂ ਹਨ। ਸਰਬੱਤ ਦੀਆਂ ਹਾਜ਼ਰੀਆਂ ਭੇਟਾਵਾਂ ਤਨ ਮਨ ਧਨ ਕਰਕੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਦੇ ਆ। ਸਰਬੱਤ ਨੂੰ ਦਰੋਂ ਘਰੋਂ ਸਿੱਖੇ ਸਦਾ ਕੋ ਭਰੋਸਾ, ਨਾਮ ਦਾਨ ਬਖਸ਼ਣਾ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਪਰਿਵਾਰਾਂ 'ਚ ਸੁਖ ਸ਼ਾਂਤੀ ਮੇਲ ਇਤਫਾਕ ਤੰਦਰੁਸਤੀ ਗੁਰਸਿੱਖੀ ਜੀਵਨ ਅੰਮ੍ਰਿਤ ਵੇਲਾ ਨਿਤਨਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਪੰਥ ਅੰਦਰ ਪਿਆਰ ਇਤਫਾਕ ਬਖਸ਼ਣਾ ਪਾਤਸ਼ਾਹ ਜੀ ਆ। ਸਮੁੱਚੀ ਲੋਕਾਈ ਦਾ ਭਲਾ ਕਰਨਾ, ਇਸ ਭਿਆਨਕ ਮਹਾਮਾਰੀ ਤੋਂ ਹੱਥ ਦੇ ਕੇ ਬਚਾਉਣਾ ਪਾਤਸ਼ਾਹ ਜੀ ਕਿਰਪਾ ਰਹਿਮਤ ਵਰਤਾਉਣੇ। ਸਤਿਗੁਰੂ ਜੀ ਕਿਰਪਾ ਕਰਨੇ, ਰਹਿਮਤ ਕਰਨੇ। ਇਸੇ ਤਰ੍ਹਾਂ ਪ੍ਰੇਮ ਪਿਆਰ ਭਾਵਨਾਵਾਂ ਬਖਸ਼ਦੀਆਂ ਇਹ ਪ੍ਰਚਾਰ ਪ੍ਰਸਾਰ ਦੀਆਂ ਸੇਵਾਵਾਂ ਜੋ ਆਪ ਜੀ ਨੇ ਆਪਣੇ ਸੇਵਕਾਂ ਤੇ ਤਰੁੱਠ ਕਰਕੇ ਕਿਰਪਾ ਕਰਕੇ ਬਖਸ਼ਿਸ਼ ਕੀਤੀਆਂ, ਮਿਹਰ ਭਰਿਆ ਹੱਥ ਸਿਰ ਤੇ ਰੱਖ ਕੇ ਤੰਦਰੁਸਤੀ ਬਖਸ਼ ਕੇ ਆਪ ਕਰਵਾਉਣੀਆਂ, ਚੜ੍ਹਦੀ ਕਲਾ ਪ੍ਰਦਾਨ ਕਰਨੇ ਪਾਤਸ਼ਾਹ ਜੀ। 6 ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੇ, ਬਖਸ਼ਿਆ ਖਜ਼ਾਨਿਆਂ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਦੇ ਦੇਗ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਪਿਆਰੀ ਸੰਗਤ ਦੀ ਰਸਨੀ ਲਾਇਕ ਹੋਏ ਜੋ ਛਕੇ, ਆਪ ਜੀ ਦਾ ਪਵਿੱਤਰ ਨਾਮ ਜਪੇ। ਲੰਗਰਾਂ ਵਿੱਚ ਬਾਹਰ ਬੇਅੰਤ ਸੰਗਤਾਂ ਸੇਵਾਵਾਂ ਨਿਭਾ ਰਹੀਆਂ ਹਨ। ਸਰਬੱਤ ਦੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਸ਼ੁਭ ਮਨੋਰਥ ਪੂਰੇ ਕਰਨੇ, ਅਰਦਾਸਾਂ ਜੋਦੜੀਆਂ ਦਰ ਪ੍ਰਵਾਨ ਕਰਦੇ ਆ। ਪਾਵਨ ਮੁਖ ਵਾਕ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਿਰਤਾਰਥ ਕਰੋ ਅਤੇ ਹਜ਼ੂਰੀ ਅੰਦਰ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਪ੍ਰਾਰੰਭ ਕਰਨ ਦੀ ਆਗਿਆ ਬਖਸ਼ੋ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਇਆ ਕਾਲ ਕੇ ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਆ ਜੋ ਪ੍ਰਭ ਕੋ ਮਿਲਬੋ ਚਾਹੈ, ਰਾਜ ਕਰੇਗਾ ਖਾਲਸਾ ਵਾਰ ਹੋਏ ਸਭ ਮਿਲਾਂਗੇ। ਬੋਲੇ ਸੋਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਭ ਤੇ ਊਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲਥਾ। ਜੋ ਇਹ ਕਥਾ ਸੁਨੈ ਅਰ ਗਾਵੈ,
ਦੁਖ ਪਾਪ ਤਿਹ ਨਿਕਟ ਨਾ ਆਵੈ। ਬੇਸਨ ਭਗਤ ਕੀਏ ਫਲ ਹੋਈ। ਆਧ ਬਿਆਦ ਛੁਐ ਸਕੈ ਨਾ ਕੋਈ। ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਣ ਆਈ। ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰ ਨਾਨਕ ਕੀ ਵਡਿਆਈ। ਦੋਏ ਕਰ ਜੋੜ ਕਰੋ ਅਰਦਾਸ, ਤੁਧ ਭਾਵੈ ਤਾਂ ਆਣ ਹੈ ਰਾਸ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੈ ਅਰਦਾਸ। ਮੈਂ ਹੋਰ ਥਾਉ ਨਾਹੀ ਜਿਸ ਪਹਿ ਕਰੋ ਬੇਨੰਤੀ। ਮੇਰਾ ਦੁੱਖ ਸੁਖ ਤੁਝ ਹੀ ਪਾਸ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਹੋਵੈ ਸਿਫਤ ਖਸਮ ਦੀ। ਨੂਰ ਅਰਸੋਂ ਕੁਰਸੋਂ ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ, ਸੱਜਣ ਸੱਚਾ ਪਾਤਸ਼ਾਹ। ਸਿਰ ਸਾਹਾਂ ਦਾ ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ। ਘਰ ਪੰਜਵਾ ਦੋ ਪਦੇ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਐਸੋ ਗੁਣ ਮੇਰੋ ਪ੍ਰਭ ਜੀ ਕੀਨਾ, ਪੰਚ ਦੋਖ ਅਰ ਅਹੰ ਰੋਗ। ਇਹ ਤਨ ਤੇ ਸਗਲ ਦੂਰ ਕੀਨਾ, ਐਸੋ ਗੁਣ ਮੇਰੋ ਪ੍ਰਭ ਜੀ ਕੀਨਾ। ਪੰਚ ਦੋਖ ਅਰ ਅਹੰ ਰੋਗ, ਇਹ ਤਨ ਤੇ ਸਗਲ ਦੂਰ ਕੀਨਾ। ਰਹਾਉ ਬੰਧਨ ਤੋਰ ਛੋਰ ਬਿਖਿਆ ਤੇ, ਗੁਰ ਕੋ ਸ਼ਬਦ ਮੇਰਾ ਹੀਰੈ ਦੀਨਾ। ਅਰੂਪ ਅਨਰੂਪ ਮੋਰੋ ਕਛਨਾ ਵਿਚਾਰਿਓ। ਪ੍ਰੇਮ ਗਹਿਓ ਮੋਹੇ ਹਰ ਰੰਗ ਪੀਨਾ। ਵੇਖਿਓ ਲਾਲਨ ਪਾਟ ਬੀਚ ਖੋਏ, ਆਨੰਦ ਚਿਤਾ ਹਰਖੇ ਪਤੀਨਾ। ਤਿਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ, ਸੋ ਠਾਕੁਰ ਤਿਸ ਹੀ ਕੋ ਤੀਨਾ। ਵੇਖਿਓ ਲਾਲਨ ਪਾਟ ਬੀਚ ਖੋਏ, ਆਨੰਦ ਚਿਤਾ ਹਰਖੇ ਪਤੀਨਾ। ਤਿਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ, ਸੋ ਠਾਕੁਰ ਤਿਸ ਹੀ ਕੋ ਤੀਨਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਕਥਾ ਨਿਤਾ ਪ੍ਰਤ ਹੋਤ ਹੈ, ਸੁਨਹੁ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਅਥ ਸ੍ਰੀ ਗੁਰ ਪੰਥ ਪ੍ਰਕਾਸ਼ ਗ੍ਰੰਥੀ। ਦੋਹਰਾ ਸ੍ਰੀ ਗੁਰੂ ਨਾਨਕ ਚਰਨ ਬੰਦ, ਗੁਰ ਗੋਬਿੰਦ ਸਿੰਘ ਧਿਆਏ। ਲਿਖੋ ਉਤਪਤੀ ਖਾਲਸੇ, ਮੋ ਨਿਜ ਕਰੋ ਸਹਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਮਹਾਨ ਪਵਿੱਤਰ ਗ੍ਰੰਥ ਅੱਜ ਤੋਂ ਤਕਰੀਬਨ ਪੌਣੇ 200 ਸਾਲ ਪਹਿਲਾਂ, ਜਿਨ੍ਹਾਂ ਦਿਨਾਂ ਵਿੱਚ ਸ਼ੇਰੇ ਪੰਜਾਬ ਦਾ ਖਾਲਸੇ ਦਾ ਰਾਜ ਆਪਣੀ ਸਮਾਪਤੀ ਵਾਲੇ ਪਾਸੇ ਜਾ ਰਿਹਾ ਸੀ, ਉਹਨਾਂ ਦਿਨਾਂ ਦੇ ਦੌਰਾਨ ਇਹ ਗ੍ਰੰਥ ਸਰਦਾਰ ਰਤਨ ਸਿੰਘ ਜੀ ਭੰਗੂ, ਜੋ ਸਰਦਾਰ ਮਤਾਬ ਸਿੰਘ ਜੀ ਮੀਰਾਂ ਕੋਟੀਏ, ਜਿਨ੍ਹਾਂ ਮੱਸੇ ਰੰਗੜ ਦਾ ਸਿਰ ਵੱਢਿਆ ਸੀ, ਉਹਨਾਂ ਦੇ ਪੋਤਰੇ ਨੇ ਗ੍ਰੰਥ ਲਿਖਿਆ। ਇਹਨੂੰ ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਕਹਿੰਦੇ ਆ। ਸਾਰੀਆਂ ਸੰਗਤਾਂ ਨੂੰ ਇਸ ਪਵਿੱਤਰ ਗ੍ਰੰਥ ਦੀ ਕਥਾ ਦੀ ਆਰੰਭਤਾ ਦੀਆਂ ਲੱਖ ਲੱਖ ਵਧਾਈਆਂ ਹਨ। ਪਹਿਲਾ ਮੰਗਲਾ ਚ ਕੀਤਾ ਹੈ ਕਿ ਵਾਹਿਗੁਰੂ ਇੱਕ ਹੈ ਓੰਕਾਰ, ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰਾਂ ਦੀ ਕਿਰਪਾ ਦੁਆਰਾ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਵਾਹਿਗੁਰੂ ਵਾਹਿ ਨਾਮ ਅਚਰਜ ਦਾ ਹੈ। ਗੁਰੂ ਨਾਮ ਅਗਿਆਨ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਦਾ ਹੈ। ਉਹਦੀ ਹਮੇਸ਼ਾ ਹੀ ਫਤਿਹ ਹੈ। ਕਥਾ ਮਰਿਆਦਾ ਮੁਤਾਬਕ ਕੇਵਲ ਆਰੰਭਤਾ ਵਿੱਚ ਸੰਖੇਪ ਬੇਨਤੀਆਂ ਨੇ, ਬਾਕੀ ਅਗਲਿਆਂ ਪ੍ਰਕਰਣਾਂ ਵਿੱਚ ਸਿੰਘਨ ਪਾਇਓ ਰਾਜ ਕਿਮ ਔਰ ਕਿਨ ਦੀਨੀ ਪਾਤਸ਼ਾਹੀ। ਇੱਥੋਂ ਇਹ ਕਥਾ ਦੀ ਆਰੰਭਤਾ ਹੁੰਦੀ ਹੈ। ਇਹ ਖਾਲਸੇ ਨੂੰ ਰਾਜ ਕਿਵੇਂ ਮਿਲਿਆ ਔਰ ਇਹ ਪਾਤਸ਼ਾਹੀਆਂ ਕਿਵੇਂ ਆਈਆਂ, ਕਿੰਨੀਆਂ ਕੁਰਬਾਨੀਆਂ ਹੋਈਆਂ, ਕਿੰਨੀਆਂ ਸ਼ਹੀਦੀਆਂ ਹੋਈਆਂ,
ਉਹ ਸਾਰੀ ਕਥਾ ਗੁਰੂ ਸਾਹਿਬ ਦੀ ਕਿਰਪਾ ਨਾਲ ਪਾਤਸ਼ਾਹ ਕਿਰਪਾ ਕਰਨ ਆਉਣ ਵਾਲੇ ਸਮੇਂ 'ਚ ਵਿਚਾਰਾਂਗੇ। ਸਭ ਸੰਗਤਾਂ ਦਾ ਧੰਨਵਾਦ। ਕੋਟਾਨ ਕੋਟ ਸ਼ੁਕਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਸੰਤ ਬਾਬਾ ਗੁਰਮੀਤ ਸਿੰਘ ਜੀ ਤਬਲਾਨ ਵਾਲੇ ਮਹਾਂਪੁਰਸ਼ ਵੀ ਹਾਜ਼ਰੀਆਂ ਭਰ ਰਹੇ ਨੇ, ਉਹਨਾਂ ਨੂੰ ਵੀ ਜੀਉ ਆਇਆ ਹੈ। ਇਸੇ ਤਰ੍ਹਾਂ ਆਲੋਵਾਲ ਤੋਂ ਸੰਤ ਈਸ਼ਰ ਸਿੰਘ ਜੀ ਦੇ ਪਾਵਨ ਜਨਮ ਸਥਾਨ ਤੋਂ ਵੀ ਮਹਾਂਪੁਰਸ਼ ਆਏ ਨੇ, ਉਹਨਾਂ ਨੂੰ ਵੀ ਜੀਉ ਆਇਆ ਹੈ। ਸ਼ਹਿਰ ਦੀਆਂ ਸਭਾ ਸੁਸਾਇਟੀਆਂ ਦੇ ਪਤਵੰਤੇ ਸੱਜਣ, ਸ਼ਹਿਰ ਦੇ ਵਿੱਚ ਜਿਹੜੇ ਗੁਰੂ ਘਰਾਂ ਦੀਆਂ ਸੇਵਾਵਾਂ ਨਿਭਾ ਰਹੇ ਨੇ, ਸਾਰੀਆਂ ਸਭਾ ਸੁਸਾਇਟੀਆਂ ਦੇ ਆਏ ਹੋਏ ਮੈਂਬਰਾਂ ਦਾ ਵੀ ਧੰਨਵਾਦ। ਸਭ ਸੰਗਤ ਦਾ ਧੰਨਵਾਦ। ਰੋਮ ਰੋਮ ਕਰਕੇ ਸਾਰੀਆਂ ਸੰਗਤਾਂ ਦਾ ਧੰਨਵਾਦ। ਕੋਟਾਨ ਕੋਟ ਸ਼ੁਕਰ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਅਖੀਰ ਨੂੰ ਸਾਰੀਆਂ ਸੰਗਤਾਂ ਨੂੰ ਵਧਾਈਆਂ ਦਿੰਦਾ ਹੋਇਆ। ਦਾਸ ਖੇਮਾ ਦਾ ਜਾਚਕ ਹੈ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ, ਜਦੋਂ ਇਹ ਕਥਾ ਸੰਪੂਰਨ ਕੀਤੀ, ਸੰਪੂਰਨ ਕਰਕੇ ਫਿਰ ਇਹ ਕਥਾ ਦਾ ਗ੍ਰੰਥ ਲੈ ਕੇ ਭਾਈ ਸਾਹਿਬ ਅਕਾਲ ਤਖਤ ਸਾਹਿਬ ਪੰਥ ਦੀ ਸ਼ਰਨ 'ਚ ਹਾਜ਼ਰ ਹੋਏ। ਜਦੋਂ ਅੰਮ੍ਰਿਤਸਰ ਸਾਹਿਬ ਗਏ ਨਾ ਤੇ ਪਤਾ ਲੱਗਾ ਕਿ ਅੱਗੇ ਮਹਾਂਕਵੀ ਜੀ ਆ ਰਹੇ ਨੇ। ਉਹ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨਾਂ ਨੇ, ਪੰਥ ਨੇ ਆਖਿਆ ਐਡਾ ਵੱਡਾ ਮਹਾਨ ਪਰਉਪਕਾਰ ਕੀਤਾ, ਐਡਾ ਵੱਡਾ ਮਹਾਨ ਗ੍ਰੰਥ ਲਿਖਿਆ, ਪਾਲਕੀ ਲੈ ਕੇ ਭੇਜਿਆ ਅੱਗੇ ਕਿ ਮਹਾਂਕਵੀ ਜੀ ਨੂੰ ਪਾਲਕੀ 'ਚ ਸਜਾ ਕੇ ਲਿਆਓ, ਕਿਉਂਕਿ ਸਰੀਰ ਉਹਨਾਂ ਦਾ ਉਹ ਕਾਫੀ ਖੇਚੜਾ ਵਿੱਚ ਵੀ ਸੀ। ਜਦੋਂ ਪਾਲਕੀ ਲੈ ਕੇ ਗਏ ਤੇ ਭਾਈ ਸਾਹਿਬ ਨੇ ਮੱਥਾ ਟੇਕਿਆ ਪਾਲਕੀ ਨੂੰ, ਆਖਿਆ ਇੱਥੇ ਗੁਰੂ ਰਾਮਦਾਸ ਜੀ ਦੀ ਨਗਰੀ 'ਚ ਪਾਲਕੀ 'ਚ ਬਹਿਣ ਦਾ ਹੱਕ ਕੇਵਲ ਜਗਤ ਗੁਰੂ ਗੁਰੂ ਰਾਮ ਦਾ, ਮੈਂ ਉਹਨਾਂ ਦਾ ਸੇਵਕ ਹਾਂ। ਇਹੋ ਜਿਹਾ ਮਹਾਨ ਪਰਉਪਕਾਰ ਕਰਨ ਵਾਲੇ ਮਹਾਂਕਵੀ ਜੀ ਦਾ ਵੀ ਰੋਮ ਰੋਮ ਕਰਕੇ ਸ਼ੁਕਰ ਹੈ, ਉਹਨਾਂ ਦਾ ਵੀ ਧੰਨਵਾਦ ਹੈ, ਜਿਨ੍ਹਾਂ ਨੇ ਪੰਥ ਦੀ ਝੋਲੀ 'ਚ ਏਡਾ ਵੱਡਾ ਮਹਾਨ ਗ੍ਰੰਥ ਇਤਿਹਾਸ ਦਾ ਪਾਇਆ। ਸਭ ਦਾ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਥਾਨ ਸ਼੍ਰੀ ਦੋਖ ਨਿਵਾਰਨ ਸਾਹਿਬ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਜੋ ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਪ੍ਰਾਤਨ ਗੁਰੂ ਘਰ ਦੀ ਮਰਿਆਦਾ ਦੇ ਮੁਤਾਬਕ ਸੰਧਿਆ ਸਮੇਂ ਸ਼ਾਮ ਦੇ ਦੀਵਾਨਾਂ ਅੰਦਰ ਜੋ ਗੁਰ ਇਤਿਹਾਸ ਦੀ ਕਥਾ ਸ਼ੁਰੂ ਤੋਂ ਚੱਲਦੀ ਆ ਰਹੀ ਹੈ, ਇਸ ਪਾਵਨ ਅਸਥਾਨ ਵਿਖੇ ਅੱਜ ਤੋਂ ਤਕਰੀਬਨ 5 ਸਾਲ ਪਹਿਲਾਂ ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਜੀ ਦੀ ਰਚਿਤ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਪ੍ਰਾਰੰਭ ਹੋਈ। ਸਤਿਗੁਰੂ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਹੈ, ਸਤਿਗੁਰਾਂ ਜੀ ਦੀ ਰਹਿਮਤ ਬਖਸ਼ਿਸ਼ ਦਾ ਸਦਕਾ ਅੱਜ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਗੁਰ ਇਤਿਹਾਸ ਦੀ ਜੋ ਕਥਾ ਪ੍ਰਾਰੰਭ ਹੋਈ ਸੀ, ਉਹਦੀ ਨਿਰਵਿਘਨਤਾ ਸਹਿ ਸਮਾਪਤੀ ਹੋਈ ਹੈ। ਸੋ ਜਿੱਥੇ ਸਮੁੱਚੀਆਂ ਸੰਗਤਾਂ ਨੂੰ ਅੱਜ ਦੇ ਦਿਨ ਦੀ ਵਧਾਈ ਹੈ, ਉੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਗਿਆਨੀ ਪ੍ਰਿਤਪਾਲ ਸਿੰਘ ਜੀ ਤੇ ਇਹਨਾਂ ਦੇ ਨਾਲ ਪੋਥੀ ਪੜ੍ਹਨ ਦੀ ਸੇਵਾ ਨਿਭਾ ਰਹੇ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ, ਇਹਨਾਂ ਨੂੰ ਬਹੁਤ ਬਹੁਤ ਵਧਾਈ ਹੈ। ਗੁਰੂ ਸਾਹਿਬ ਕਿਰਪਾ ਕਰਨ, ਗਿਆਨੀ ਜੀ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਇਸੇ ਤਰ੍ਹਾਂ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਸੇਵਾਵਾਂ ਬਖਸ਼ਿਸ਼ ਕੀਤੀਆਂ ਹਨ, ਚੜ੍ਹਦੀ ਕਲਾ ਦੇ ਵਿੱਚ ਇਹਨਾਂ ਕੋਲੋਂ ਸੇਵਾ ਲੈਣ। ਸੋ ਅੱਜ ਦੇ ਸਾਡੇ ਇਸ ਕਥਾ ਦੇ ਸਮਾਪਤੀ ਮੌਕੇ ਸਮਾਗਮਾਂ ਦੇ ਵਿੱਚ ਜਿੱਥੇ ਆਪ ਸਮੁੱਚੀਆਂ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਦੂਰ ਦਰਾਜ ਦੇ ਇਲਾਕਿਆਂ ਤੋਂ ਪਹੁੰਚੇ ਹੋ, ਸਵੇਰੇ ਹੀ ਜਦੋਂ ਗਿਆਨੀ ਜੀ ਵੀ ਕਥਾ ਕਰਕੇ ਗਏ, ਸਵੇਰ ਦਾ ਹੀ ਸਮਾਂ ਇੱਕ ਕੋਟਕਪੂਰੇ ਤੋਂ ਪਰਿਵਾਰ ਆਇਆ ਮਿਲਿਓ। ਸਵੇਰ ਦੀਆਂ ਸੰਗਤਾਂ ਜਿਹੜੀਆਂ ਬਾਹਰ ਦੇ ਦੂਰ ਦੂਰ ਜਿਹੜੇ ਇਲਾਕੇ ਹਨ ਉਹਨਾਂ ਤੋਂ ਪਹੁੰਚੀਆਂ ਹੋਈਆਂ ਹਨ, ਕਿਉਂਕਿ ਟੀਵੀ ਦੇ ਮਾਧਿਅਮ ਰਾਹੀਂ ਸੰਗਤਾਂ ਘਰ ਦੇ ਵਿੱਚ ਬੈਠ ਕਰਕੇ ਕਥਾ ਦਾ ਲਾਹਾ ਪ੍ਰਾਪਤ ਕਰਦੀਆਂ ਹਨ। ਵਡਭਾਗੇ ਹਾਂ ਸਾਰੇ ਆਪ ਸ਼ਹਿਰ ਦੀਆਂ ਇਸ ਇਲਾਕੇ ਦੀਆਂ ਸੰਗਤਾਂ ਹਰ ਰੋਜ਼ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਵਿਖੇ ਜੁੜ ਕਰਕੇ ਕਥਾ ਦਾ ਲਾਹਾ ਪ੍ਰਾਪਤ ਕਰਦੀਆਂ ਹਨ। ਗੁਰੂ ਸਾਹਿਬ ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਮਿਹਰ ਪ੍ਰਿਆ ਹੱਥ ਸਿਰ ਤੇ ਰੱਖਣ। ਜਿੱਥੇ ਆਪ ਸਮੁੱਚੀਆਂ ਸੰਗਤਾਂ ਪਹੁੰਚੇ ਹੋ, ਉੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ, ਸਾਬਕਾ ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹ ਵੀ ਉਚੇਚੇ ਤੌਰ ਤੇ ਪਹੁੰਚੇ ਨੇ। ਇਸ ਪਾਵਨ ਵਾਸਤੇ ਸਾਬਕਾ ਹੈਡ ਗ੍ਰੰਥੀ ਗਿਆਨੀ ਸੁਖਦੇਵ ਸਿੰਘ ਜੀ ਹਾਜ਼ਰੀ ਭਰ ਰਹੇ ਨੇ। ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸਤਵਿੰਦਰ ਸਿੰਘ ਜੀ ਟੌੜਾ ਅੰਤਰੰਗ ਕਮੇਟੀ ਮੈਂਬਰ, ਉਹ ਆਪਣੀ ਹਾਜ਼ਰੀ ਲਵਾ ਰਹੇ ਨੇ। ਸਰਦਾਰ ਸਤਵਿੰਦਰ ਸਿੰਘ ਜੀ ਸੱਭਰਵਾਲ ਸਾਹਿਬ ਮੈਂਬਰ ਸਾਹਿਬ, ਜਿਨ੍ਹਾਂ ਨੇ ਲੰਬਾ ਸਮਾਂ ਪੋਥੀ ਪੜ੍ਹਨ ਦੀ ਸੇਵਾ ਨਿਭਾਈ,
ਅੱਜ ਕੱਲ੍ਹ ਉਹਨਾਂ ਦੇ ਸੁਪੁੱਤਰ ਭਾਈ ਮਨਜੀਤ ਸਿੰਘ ਜੀ ਇਹ ਸੇਵਾ ਨਿਭਾ ਰਹੇ ਨੇ, ਉਹ ਵੀ ਸੰਗਤਾਂ ਵਿੱਚ ਹਾਜ਼ਰ ਨੇ। ਬਹੁਤ ਹੀ ਸਤਿਕਾਰਯੋਗ ਸਾਡੇ ਜਿਹੜੇ ਧਾਰਮਿਕ ਜਿਹੜੇ ਹੈ ਉਸ ਸ਼ਖਸੀਅਤਾਂ ਪਹੁੰਚੀਆਂ ਨੇ। ਬਾਬਾ ਰੋਸ਼ਨ ਸਿੰਘ ਜੀ ਪਹੁੰਚੇ ਨੇ, ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸੰਪਰਦਾ ਵੱਲੋਂ, ਅਤੇ ਬਾਬਾ ਹਰਚਰਨ ਸਿੰਘ ਜੀ ਨਾਨਕ ਤੋਂ ਪਹੁੰਚੇ ਨੇ, ਅਤੇ ਸ਼ਹਿਰ ਦੀਆਂ ਬਹੁਤ ਸਾਰੀਆਂ ਜਿਹੜੀਆਂ ਸ਼ਖਸੀਅਤਾਂ ਨੇ ਸਾਡੇ ਕੋਲੋਂ ਪਹੁੰਚੀਆਂ ਹੋਈਆਂ ਨੇ। ਜੇ ਮੈਂ ਸਾਰਿਆਂ ਦੇ ਨਾਮ ਲੈਣ ਲੱਗਾ ਤੇ ਸਮਾਂ ਬਹੁਤ ਲੱਗ ਜਾਏਗਾ। ਗਿਆਨੀ ਜਸਵੰਤ ਸਿੰਘ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਪਹੁੰਚੇ ਹੋਏ ਨੇ। ਹੋਰ ਸੰਤ ਮਹਾਪੁਰਸ਼ ਔਰ ਸਮੁੱਚੇ ਸਾਡੇ ਪਟਿਆਲੇ ਸ਼ਹਿਰ ਦੀ ਲੀਡਰਸ਼ਿਪ ਹੈ ਜਿੰਨੀ ਸ਼੍ਰੋਮਣੀ ਅਕਾਲੀ ਦਲ ਤੋਂ, ਉਹ ਵੀ ਆਪਣੀ ਹਾਜ਼ਰੀ ਲਵਾ ਰਹੇ ਨੇ। ਸਾਰਿਆਂ ਨੇ ਰਲ ਮਿਲ ਕੇ ਗਿਆਨੀ ਪ੍ਰਿਤਪਾਲ ਸਿੰਘ ਜੀ ਉਹਨਾਂ ਦਾ ਸਨਮਾਨ ਕਰਨਾ। ਉਸ ਤੋਂ ਪਹਿਲਾਂ ਗੁਰੂ ਘਰ ਵੱਲੋਂ ਗਿਆਨੀ ਪ੍ਰਿਤਪਾਲ ਸਿੰਘ ਜੀ ਦਾ ਸਨਮਾਨ ਕੀਤਾ ਜਾਣਾ ਹੈ। ਮੈਂ ਬੇਨਤੀ ਕਰਾਂਗਾ ਬਹੁਤ ਹੀ ਸਤਿਕਾਰਯੋਗ ਗਿਆਨੀ ਪ੍ਰਿਤਪਾਲ ਸਿੰਘ ਜੀ ਉਹ ਆਉਣ, ਗੁਰੂ ਘਰ ਵੱਲੋਂ ਬਖਸ਼ਿਸ਼ ਪ੍ਰਾਪਤ ਕਰਨ। ਉਸਤਾਦ ਸਤਿੰਦਰ ਸਿੰਘ ਜੀ ਟੌੜਾ ਸਾਹਿਬ ਉਹਨਾਂ ਨੂੰ ਬੇਨਤੀ ਕਰਾਂਗਾ। ਮੈਂ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ ਸਾਬਕਾ ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਾਬਕਾ ਹੈਡ ਗ੍ਰੰਥੀ ਗਿਆਨੀ ਸੁਖਦੇਵ ਸਿੰਘ ਜੀ ਉਹਨਾਂ ਨੂੰ ਬੇਨਤੀ ਕਰਾਂਗਾ। ਐਡੀਸ਼ਨਲ ਹੈਡ ਗ੍ਰੰਥੀ ਗਿਆਨੀ ਹਰਵਿੰਦਰ ਸਿੰਘ ਜੀ ਉਹ ਵੀ ਅੱਜ ਦੇ ਇਹਨਾਂ ਸਮਾਗਮਾਂ ਵਿੱਚ ਹਾਜ਼ਰੀ ਲਵਾ ਰਹੇ ਨੇ। ਔਰ ਸਮੁੱਚੀਆਂ ਸੇਵਾ ਸੁਸਾਇਟੀਆਂ ਜਿੰਨੀਆਂ ਨੇ ਸਾਰੀਆਂ ਹਾਜ਼ਰੀਆਂ ਲਵਾ ਰਹੀਆਂ ਨੇ। ਗਿਆਨੀ ਜੀ ਦਾ ਸਨਮਾਨ ਕੀਤਾ ਜਾ ਰਿਹਾ। बोले सो निहाल। भाई मनजीत सिंह जी जिन्हों ने बहुत समय तो श्री गुरु प्रताप सूरज ग्रंथ की कथा नाल पढ़न की सेवा की है, हुण इन्हां दा सन्मान किया जा रहा है। जी सिंह जी बोले सो निहाल। बाबा इंदर सिंह जी, बाबा अमरीक सिंह जी कार सेवा वाले महापुरख, उन्होंने वालों बाबा इंदर सिंह जी हाजिरी भर रहे हैं। उन्होंने बेनती है कि वह भी स्टेज के नेड़े आ जान। महापुरख ਰਾੜਾ ਸਾਹਿਬ ਸੰਪਰਦਾ ਵੱਲੋਂ ਸਰੋਪਾ ਲੈ ਕੇ ਆਏ ਨੇ ਬਾਬਾ ਰੋਸ਼ਨ ਸਿੰਘ ਜੀ ਅਤੇ ਗੁਰੂ ਰਾਮਦਾਸ ਸੇਵਾ ਸੁਸਾਇਟੀ, ਖਾਲਸਾ ਸ਼ਤਾਬਦੀ ਕਮੇਟੀ ਅਤੇ ਪਟਿਆਲੇ ਸ਼ਹਿਰ ਗੁਰੂ ਤੇਗ ਬਹਾਦਰ ਸੇਵਕ ਜਥਾ। ਹੋਰ ਵੀ ਸਾਡੇ ਬਹੁਤ ਹੀ ਗੁਰੂ ਗੋਬਿੰਦ ਸਿੰਘ ਗੁਰਮਤਿ ਸੰਗਤ ਪਰਿਵਾਰ ਤੋਂ ਭਾਈ ਜੋਗਿੰਦਰ ਸਿੰਘ ਜੀ ਵੀ ਪਹੁੰਚੇ ਹੋਏ ਨੇ। ਸਾਰੀਆਂ ਸੰਗਤਾਂ ਜਿਹੜੀਆਂ ਨੇ ਅੱਜ ਗਿਆਨੀ ਜੀ ਦਾ ਸਨਮਾਨ ਕਰਨ ਵਾਸਤੇ ਆਪ ਸਾਰੇ ਪਹੁੰਚੇ ਹੋ। ਸਾਰੇ ਵਾਰੀ-ਵਾਰੀ ਮੈਂ ਬੇਨਤੀ ਕਰਾਂਗਾ ਕਿ ਸਨਮਾਨ ਕਰੀਏ। ਕੀਰਤਨ ਦਾ ਸਮਾਂ ਵੀ ਲੰਘ ਰਿਹਾ ਕਿਉਂਕਿ ਸੋਦਰ ਦੀ ਚੌਂਕੀ ਦਾ ਸਮਾਂ ਹੋ ਚੁੱਕਾ ਹੈ। 15 ਮਿੰਟ ਬਾਕੀ ਨੇ। ਮੇਨ ਸਨਮਾਨ ਕਰਕੇ ਉਸ ਤੋਂ ਬਾਕੀ ਬੇਨਤੀ ਹੈ ਕਿ ਆਪਾਂ ਸਾਰੇ ਗਿਆਨੀ ਜੀ ਦਾ ਉਧਰ ਸਨਮਾਨ ਕਰ ਲਵਾਂਗੇ ਕਿਉਂਕਿ ਕੀਰਤਨ ਦਾ ਸਮਾਂ ਜਿਹੜਾ ਸੋਦਰ ਦੀ ਚੌਂਕੀ ਦਾ ਲੰਘ ਰਿਹਾ ਹੈ। ਸੋ ਮੈਂ ਬੇਨਤੀ ਕਰਾਂ ਪੰਜ ਚਾਰ ਜਿਹੜੀਆਂ ਸ਼ਖਸੀਅਤਾਂ ਆਏ ਹੋ ਜਲਦੀ ਗਿਆਨੀ ਜੀ ਨੂੰ ਸਨਮਾਨ ਦੇਣ ਦੀ ਕਿਰਪਾਲਤਾ ਕਰੋ ਜੀ। ਬੋਲੇ ਸੋ ਨਿਹਾਲ। ਸਤਿ ਸ਼੍ਰੀ यानी बाकी आप उधर पा लेंगे। सुधर की चौकी का टाइम लग रहा है, 5 मिनट लगे भाई। सो बेनती है कि आप रागी ਸਿੰਘਾਂ ਨੂੰ ਵਿੱਚ ਪਿੱਛੋਂ ਜਗ੍ਹਾ ਦੇ ਦਈਏ ਤਾਂ ਕਿ ਉਹ ਵੀ ਬੈਠ ਕੇ ਕੀਰਤਨ ਦੀ ਆਰੰਭਤਾ ਕਰ ਸਕਣ। ਸਮੂਹ ਜਿੰਨੇ ਵੀ ਪਤਵੰਤੇ ਸੱਜਣ ਖੜੇ ਹੋ ਮੈਂ ਬੇਨਤੀ ਕਰਾਂਗਾ ਕਿ ਆਪਾਂ ਇਹ ਵੀ ਸਤਿਕਾਰ